स्पीकर साहब 21 मार्च 2022 ਨੂੰ ਰਾਜਪਾਲ ਸਾਹਿਬ ਦੇ ਭਾਸ਼ਣ ਸੰਬੰਧੀ ਧੰਨਵਾਦ ਮਤੇ ਉੱਤੇ ਬਹਿਸ ਦਾ ਮੈਂ ਜਵਾਬ ਦੇਣ ਲਈ ਖੜਾ ਹੋਇਆ। ਮਾਨਯੋਗ ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ ਸਰਕਾਰ ਨੂੰ ਐਡਾ ਵੱਡਾ ਫਤਵਾ ਦਿੱਤਾ ਹੈ। मैं लोगों के इस फतवे अगे सिर झुकाउणा जिस राही उन्होंने इतिहासिक चोणां विच भ्रिष्टाचार मुक्त ईमानदार अते पारदर्शी सरकार बनाउण दा फैसला करन लई वोट पाई। लोगों ने जी टाइम पूरा हो गया सी कल पूरा हो गया सारा जी। तुहाडा सारिਆਂ ਦਾ टाइम कल इसे लिए ਆਪਾਂ लंबा ਕੀਤਾ ਸੀ ना जी। कल तुहाडा टाइम पूरा हो गया। ਤੁਸੀਂ टाइम ਤੁਸੀਂ देखो जी, ਤੁਹਾਡਾ ਜਿਹੜਾ 57 ਮਿੰਟ ਦਾ ਸਮਾਂ ਸੀ ਮਾਨਯੋਗ ਸੀਐਮ ਸਾਹਿਬ। ਧੰਨਵਾਦ ਸਪੀਕਰ ਸਾਹਿਬ। ਪੰਜਾਬ ਦੇ ਲੋਕਾਂ ਨੇ ਜਾਤ ਪਾਤ ਧਰਮ ਅਤੇ ਤੁਹਾਡਾ ਸਮਾਂ ਪੂਰਾ ਹੋ ਗਿਆ ਸੀ ਜਿੰਨਾ ਦਿੱਤਾ ਸੀ ਜੀ। ਨਹੀਂ ਬਿਲਕੁਲ ਤੁਹਾਨੂੰ ਦੇਖੋ ਤੁਹਾਡਾ 57 ਮਿੰਟ ਦਾ ਸਮਾਂ 55 ਮਿੰਟ ਦਾ ਸਮਾਂ ਬਣਦਾ ਸੀ। ਆਮ ਆਦਮੀ ਪਾਰਟੀ ਦਾ 4 ਘੰਟੇ 43 ਮਿੰਟ ਬਣਦਾ ਸੀ। ਕੱਲ ਕਾਂਗਰਸ ਨੇ 55 ਮਿੰਟ ਦੀ ਜਗ੍ਹਾ 57 ਮਿੰਟ ਕੰਜ਼ਿਊਮ ਕੀਤੇ ਜੀ। ਨਹੀਂ ਤੇ ਹਰ ਰੋਜ਼ 55 ਮਿੰਟ ਨਹੀਂ ਹੁੰਦੇ। ਨਹੀਂ ਹਰ ਰੋਜ਼ 55 ਮਿੰਟ ਥੋੜੀ ਮਿਲਣਗੇ ਜੀ। ਜੀ ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ 9 ਮਿੰਟ ਦੀ ਜਗ੍ਹਾ 16 ਮਿੰਟ ਕੰਜ਼ਿਊਮ ਕੀਤੇ। ਨਹੀਂ ਇਹ ਓਵਰਆਲ ਹੈ ਜੀ। ਓਵਰਆਲ ਤੁਹਾਡੇ ਹੁਣ ਜ਼ਿਆਦਾ ਜਿੱਤੇ ਹੋ ਤੇ ਫਿਰ ਜ਼ਿਆਦਾ ਮਿਲ ਜਾਂਦਾ ਜੀ। ਜਿੰਨੇ ਜਿੱਤੇ ਮਿਲਣਾ ਤਾਂ ਉਨਾ ਹੀ ਹੈ ਜੀ, ਪ੍ਰਪੋਰਸ਼ਨਲ ਦੇ ਹਿਸਾਬ ਨਾਲ ਮਿਲਣਾ। ਹੁਣ ਤੁਸੀਂ ਸੀਐਮ ਸਾਹਿਬ ਤੋਂ ਜਵਾਬ ਲੈਣਾ ਸੀ ਆਪਦੇ ਇਸ਼ੂਜ਼ ਦਾ। ਤੁਸੀਂ ਜੋ ਰੇਜ਼ ਕੀਤੇ ਨੇ ਉਹਨਾਂ ਦਾ ਜਵਾਬ ਲਓ। ਦੇਖੋ ਜੀ ਹੁਣ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ 4 ਨੂੰ ਦਿਓ ਜਾਂ 10 ਨੂੰ ਦਿਓ। ਹੁਣ ਮੈਂ ਅੱਗੇ ਚਲਾਉਣਾ ਜੀ। ਮੈਂ ਤੁਸੀਂ ਬੈਠੋ, ਬਾਜਵਾ ਜੀ ਬੈਠੋ ਪਲੀਜ਼। ਮਾਨਯੋਗ ਸੀਐਮ ਸਾਹਿਬ ਆਪਦਾ ਭਾਸ਼ਣ ਜਾਰੀ ਕਰਨਗੇ। ਮਾਨਯੋਗ ਸਪੀਕਰ ਸਾਹਿਬ, ਪੰਜਾਬ ਦੇ ਲੋਕਾਂ ਨੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਹ ਸਾਬਤ ਕਰਤਾ ਕਿ ਪੰਜਾਬ ਇੱਕ ਮਾਲਾ 'ਚ ਪੁਰਿਆ ਹੋਇਆ ਸੂਬਾ ਹੈ। ਸਾਡੀ ਸੋਸ਼ਲ ਬੌਂਡਿੰਗ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਮੇਰੀ ਸਰਕਾਰ ਹਰ ਉਸ ਉਮੀਦ ਤੇ ਖਰਾ ਉਤਰੂਗੀ ਜਿਹੜੀਆਂ ਉਮੀਦਾਂ ਆਮ ਆਦਮੀ ਨੇ ਸਾਡੇ ਕੋਲੋਂ ਰੱਖੀਆਂ ਨੇ। ਆਪਣੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਨੇ ਪਹਿਲੇ 100 ਦਿਨਾਂ 'ਚ बहुत ही अहम फैसले लए ने। आम आदमी की सरकार ने कई इतिहासिक ते दलेराना फैसले लए ने जो ये साबित करते हैं कि पंजाब दे विच एक नवेकली सियासी ते प्रशासनिक शुरुआत हुई है। ना ही हुण भ्रिष्टाचार करने वाले बचाए जाणगे, ना ही हुण फोके वादे किए जाणगे। स्पीकर साहब, मैं इस पवित्र सदन विच मानयोग राजपाल जी के भाषण ते बहस च हिस्सा लैंदे होया वादे पूरे करन ते आउण वाले सालां लई सरकार दी भविख दी रणनीति दे नाल नाल अपनी सरकार दीयां प्राप्तियां दा भी जिक्र करांगा। संसदी मामले तो शुरू कर लैंदे आ। मेरा मनना है कि इस पवित्र सदन दे मैंबरां दे मोढियां ते व्यापक पद्धर ते सुधार लिआउण लई मोढी बनने की जिम्मेवारी है। इसलिए साबका विधायकों लई हर कार्यकाल की एक पेंशन की थां ते एक विधायक एक पेंशन वर्गा मिसाली कदम असीं चुक्या।
ਅਤੇ ਬਿੱਲ ਐਸੇ ਸੈਸ਼ਨ 'ਚ ਹੀ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਦਾ ਪੈਸਾ ਹੈ। ਕੋਈ ਗੱਲ ਨਹੀਂ, ਕਾਂਗਰਸ ਨੂੰ ਸੁਣਨ ਦੀ ਆਦਤ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ। ਮੈਂ ਦਿੱਲੀ ਵੀ ਦੇਖਿਆ, ਮੈਂ ਦਿੱਲੀ ਪਾਰਲੀਮੈਂਟ 'ਚ ਵੀ ਦੇਖਿਆ, ਆਪ ਬੋਲ ਕੇ ਤੁਰ ਜਾਂਦੇ ਹੋ, ਮੈਨੂੰ ਪਤਾ। ਸੁਣੋ, ਚਲੋ ਕੰਮ ਕਰ ਲੈਣ ਦਿਓ ਜੀ, ਤੁਸੀਂ ਆਪਣਾ ਜੋ ਫੈਸਲਾ ਕਰੋ। ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ। ਅਸੀਂ ਇਸ ਗੱਲ ਨੂੰ ਪਿਛਲੇ 100 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਸਾਬਤ ਵੀ ਕਰਤਾ। ਸਰਕਾਰ ਬਣਨ ਦੇ ਨਾਲ ਹੀ ਅਸੀਂ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਸੀ ਤੇ ਥੋੜੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ 29 ਕੇਸ ਦਰਜ ਕੀਤੇ ਗਏ ਅਤੇ 47 ਗ੍ਰਿਫਤਾਰੀਆਂ ਹੋਈਆਂ ਨੇ। ਮੇਰੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਹਰਗਿਜ਼ ਬਰਦਾਸ਼ਤ ਨਾ ਕਰਨ ਦੀ ਨੀਤੀ ਬਣਾਈ ਹੋਈ ਹੈ। ਮੈਂ ਆਪਣੇ ਹੀ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਕੀਤੀ ਹੈ। ਇਸ ਪਵਿੱਤਰ ਸਦਨ ਦੀਆਂ ਕੰਧਾਂ ਨੇ ਕਈ ਸਰਕਾਰਾਂ ਦੇਖੀਆਂ ਨੇ, ਪਰ ਭ੍ਰਿਸ਼ਟਾਚਾਰ ਵਿਰੁੱਧ ਇਹੋ ਜਿਹੀ ਕਾਰਵਾਈ ਪਹਿਲਾਂ ਕਦੇ ਨਹੀਂ ਦੇਖੀ। ਪ੍ਰਸ਼ਾਸਕੀ ਸੁਧਾਰ ਹੋਏ ਨੇ। ਸੇਵਾ ਕੇਂਦਰਾਂ ਰਾਹੀਂ 122 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ। ਸੇਵਾ ਕੇਂਦਰਾਂ ਦੇ ਕੰਮ ਦਾ ਸਮਾਂ ਵੀ ਵਧਾਇਆ ਗਿਆ ਹੈ। ਇਹ ਕੇਂਦਰ 'ਚ ਸੁਵਿਧਾ ਕੇਂਦਰਾਂ 'ਚ ਸ਼ਨੀਚਰਵਾਰ ਤੇ ਐਤਵਾਰ ਵੀ ਕੰਮ ਹੋ ਰਿਹਾ ਤਾਂ ਕਿ ਜਿਹੜੇ ਦਿਹਾੜੀਦਾਰ ਜਾਂ ਨੌਕਰੀਸ਼ੁਦਾ ਲੋਕ ਨੇ ਉਹ ਆਪਣਾ ਕੰਮ ਛੁੱਟੀ ਵਾਲੇ ਦਿਨ ਕਰਵਾ ਸਕਣ। ਪ੍ਰਸ਼ਾਸਨ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਪ੍ਰਸ਼ਾਸਨੀ ਸੁਧਾਰ ਕੀਤੇ ਜਾ ਰਹੇ ਨੇ। ਜ਼ਿਲ੍ਹਾ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੀਐਮ ਫੀਲਡ ਅਫਸਰ ਨਾਮ ਦੀ ਇੱਕ ਨਵੀਂ ਪੋਸਟ ਜਿਹੜੀ ਆ ਉਹ ਕ੍ਰੀਏਟ ਕੀਤੀ ਜਾ ਰਹੀ ਹੈ। ਇਸ ਦਾ ਮਨੋਰਥ ਆਮ ਆਦਮੀ ਦੀਆਂ ਤਕਲੀਫਾਂ ਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਅਹਿਮੀਅਤ ਦੇਣਾ ਹੋਵੇਗਾ। ਮੈਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਖਾਤਮੇ ਲਈ ਲੋਕਾਂ ਦਾ ਪੁਲਿਸ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਣਾ। ਮਾਨਯੋਗ ਮੁੱਖ ਮੰਤਰੀ ਮੇਰੀ ਸਰਕਾਰ ਨੇ ਇਸ ਮੰਤਵ ਲਈ ਇੱਕ ਏਡੀਜੀਪੀ ਰੈਂਕ ਦੀ ਅਫਸਰ ਦੀ ਅਗਵਾਈ 'ਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ 5 ਅਪ੍ਰੈਲ 2022 ਨੂੰ ਕੀਤਾ ਹੈ। ਸੀਐਮ ਸਾਹਿਬ ਕੱਲ ਬੀਏਸੀ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਆਪੋਜੀਸ਼ਨ ਦੇ ਨੁਮਾਇੰਦੇ ਵੀ ਸੀ, ਟ੍ਰੈਜ਼ਰੀ ਦੇ ਨੁਮਾਇੰਦੇ ਵੀ ਸੀ, ਔਰ ਉਹਨਾਂ ਨੂੰ ਪੂਰਾ ਸਮਾਂ ਦੱਸਦਾ ਗਿਆ ਸੀ ਕਿ ਮੈਂਬਰਸ਼ਿਪ ਦੇ ਅਨੁਪਾਤ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 2 ਦਿਨਾਂ ਦਾ 24 ਤੇ 25 ਜੂਨ ਦਾ 4 ਘੰਟੇ 43 ਮਿੰਟ ਸਮਾਂ ਬਣਦਾ ਤੇ ਮਿਤੀ 24 ਜੂਨ ਨੂੰ ਲਿਆ ਗਿਆ ਸਮਾਂ ਹੈ 2 ਘੰਟੇ 5 ਮਿੰਟ। ਇਹ ਆਮ ਆਦਮੀ ਪਾਰਟੀ ਨੇ ਲਿਆ, ਬਾਕੀ ਬਚਦੇ ਨੇ 2 ਘੰਟੇ 38 ਮਿੰਟ। ਇੰਡੀਅਨ ਨੈਸ਼ਨਲ ਕਾਂਗਰਸ ਦੇ 18 ਮੈਂਬਰ ਨੇ। ਅਨੁਪਾਤ ਦੇ ਹਿਸਾਬ ਨਾਲ ਉਹਨਾਂ ਦਾ ਕੁੱਲ ਸਮਾਂ 55 ਮਿੰਟ ਬਣਦਾ। ਕੱਲ ਸਾਰੇ ਮੈਂਬਰ ਸਾਹਿਬਾਨ ਨੇ ਕਾਂਗਰਸ ਦੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਾਹਿਬਾਨ ਨੇ 57 ਮਿੰਟ ਲਏ। 55 ਮਿੰਟ ਦੀ ਜਗ੍ਹਾ ਇਹਨਾਂ ਨੇ 24 ਤੇ 25 ਜੂਨ ਦੇ 57 ਮਿੰਟ ਕੱਲ ਹੀ ਕੰਜ਼ਿਊਮ ਕਰ ਲਏ। ਅਸੀਂ ਸਮਾਂ ਵਧਾਇਆ ਤਾਂ ਕਿ ਲੋਕ ਸਾਰੇ ਬੋਲ ਲੈਣ। ਸ਼੍ਰੋਮਣੀ ਅਕਾਲੀ ਦਲ ਦੇ 9 ਮਿੰਟ ਬਣਦੇ ਸਨ, 16 ਮਿੰਟ ਕੰਜ਼ਿਊਮ ਕੀਤੇ ਗਏ। ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਨਹੀਂ ਸੀ, ਉਹਨਾਂ ਨੂੰ ਬੁਲਾਇਆ ਗਿਆ, ਹਾਜ਼ਰ ਨਹੀਂ ਸੀ। ਬੀਐਸਪੀ ਦੇ ਮੈਂਬਰ ਸਾਹਿਬਾਨ ਵੱਲੋਂ ਮਨਾ ਕਰ ਦਿੱਤਾ ਗਿਆ। ਸੋ ਚੇਅਰ ਵੱਲੋਂ ਬਿਲਕੁਲ ਅਨੁਪਾਤ ਦੇ ਹਿਸਾਬ ਦੇ ਨਾਲ ਸਮਾਂ ਪਹਿਲਾਂ ਹੀ ਦਿੱਤਾ ਗਿਆ। ਮੈਂ ਹਾਊਸ ਦੇ ਸਾਹਮਣੇ ਕਲੀਅਰ ਕਰ ਦੇਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ, ਅਸਲ 'ਚ ਮਾਨਯੋਗ ਸਪੀਕਰ ਸਾਹਿਬ, ਕਾਂਗਰਸ ਦੀ ਇੱਕ ਬਹੁਤ ਵੱਡੀ ਦਿੱਕਤ ਹੈ, ਨਾ ਇਹਨਾਂ ਨੂੰ ਲੋਕ ਸੁਣਦੇ ਨੇ ਬਾਹਰ। ਇੱਥੇ ਤੁਸੀਂ ਟਾਈਮ ਕਹਤਾ 55 ਮਿੰਟ, ਇਹ ਤਾਂ ਇਸੇ ਗੱਲ ਦੀ ਖੁਸ਼ਫਹਿਮੀ 'ਚ ਚਲੇ ਗਏ ਰੋਜ਼ 55 ਮਿੰਟ ਮਿਲਿਆ ਕਰਨਗੇ। ਇੱਕ ਡਿਬੇਟ ਤੇ 55 ਮਿੰਟ ਤੁਸੀਂ ਅਲਾਓ ਕੀਤਾ ਬੀਏਸੀ 'ਚ। 9 ਮਿੰਟ ਅਕਾਲੀ ਦਲ ਨੂੰ ਮਿਲੇ, 16 ਮਿੰਟ ਬੋਲੇ ਉਹ। ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜਾ ਉਹਦਾ ਅਲਾਟਡ ਟਾਈਮ ਆ ਸੀ ਉਹਦੇ 'ਚੋਂ 1 ਘੰਟਾ ਹਜੇ, 1.5 ਘੰਟਾ ਹਜੇ ਪਿਆ ਸ਼ਾਇਦ, 2 ਘੰਟੇ 38 ਮਿੰਟ ਪਏ। ਹਾਂਜੀ। ਸੋ ਇਹਨਾਂ ਨੂੰ ਹੌਲੀ ਹੌਲੀ, ਮੈਂ ਦਿੱਲੀ ਵੀ ਪਾਰਲੀਮੈਂਟ ਦੇ ਵਿੱਚ ਦੇਖਿਆ ਇਹਨਾਂ ਨੂੰ ਕਿ ਥੋੜਾ ਜਿਹਾ ਚਿਰ ਬੋਲ ਕੇ ਉਹ ਤੋਂ ਬਾਅਦ ਫਿਰ ਚਲੇ ਜਾਂਦੇ ਨੇ, 10-15 ਮਿੰਟ ਬਾਅਦ ਪਾਣੀ ਪੂਣੀ ਪੀ ਕੇ ਫਿਰ ਆ ਜਾਂਦੇ ਨੇ। ਸੋ ਕੋਈ ਨਹੀਂ, ਇਹਨਾਂ ਦਾ ਜੋ ਆਉਣਾ ਜਾਣਾ ਲੱਗਿਆ ਰਹੂਗਾ ਜੀ। ਆਪਾਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਕੋਈ ਕੰਮ ਕਰੀਏ।
इस टास्क फोर्स ਨੂੰ ਜਿਹੜੀ ਐਂਟੀ ਗੈਂਗਸਟਰ टास्क फोर्स बनाई है ਉਹਨੂੰ ਬਿਨਾਂ ਕਿਸੇ ਡਰ ਤੇ ਭੇਦਭਾਵ ਦੇ ਗੈਂਗਸਟਰ ਨਾਲ ਕਿਸੇ ਵੀ ਤਰ੍ਹਾਂ ਦੀ ਲਿਹਾਜ਼ ਨਾ ਵਰਤਣ ਦੇ ਸਖਤ ਹੁਕਮ ਦਿੱਤੇ ਨੇ। ਇਸ ਫੋਰਸ ਨੂੰ ਆਧੁਨਿਕ ਸਹੂਲਤਾਂ ਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਨੇ। ਸਰਹੱਦੋਂ ਪਾਰ ਜਿਹੜੇ ਨਸ਼ੇ ਆਉਂਦੇ ਨੇ, ਹਥਿਆਰਾਂ ਦੀ ਤਸਕਰੀ, STF ਨੇ ਤਕਨੀਕੀ ਸਹਿਯੋਗ ਵਾਸਤੇ ਜ਼ਿਲ੍ਹਾ ਪੁਲਿਸ, ਖੁਫੀਆ ਵਿੰਗ, BSF, NCB ਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰਕੇ ਵੱਡੀਆਂ ਕਾਰਵਾਈਆਂ ਵਿੱਢੀਆਂ ਹੋਈਆਂ ਨੇ। ਸੂਬੇ ਦੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਅਸੀਂ ਵਿਟਨੈਸ ਪ੍ਰੋਟੈਕਸ਼ਨ ਬਿੱਲ ਸਮੇਤ ਅਮਨ ਕਾਨੂੰਨ ਨਾਲ ਸੰਬੰਧਿਤ ਵਿਆਪਕ ਪੱਧਰ ਤੇ ਸੁਧਾਰ ਲਿਆਵਾਂਗੇ ਤੇ ਸਾਡੀਆਂ ਜੇਲ੍ਹਾਂ ਨੂੰ ਅੱਤ ਸੁਰੱਖਿਅਤ ਜੇਲ੍ਹਾਂ ਵਜੋਂ ਅਪਗ੍ਰੇਡ ਕਰਾਂਗੇ। ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਸਰ, ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹੁੰਦਾ, ਉਹ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ। ਵਿਸ਼ੇਸ਼ ਟਾਸਕ ਫੋਰਸ ਜਿਹੜੀ ਹੈ ਨਸ਼ੇ ਦੇ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਬਣਾਈ ਹੋਈ ਹੈ, ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ। ਪੁਲਿਸ ਨੂੰ ਵੀ ਮੈਂ ਸਖਤ ਨਿਰਦੇਸ਼ ਦਿੱਤੇ ਨੇ ਕਿ ਨਸ਼ਾ ਤਸਕਰਾਂ ਨਾਲ ਸਾਂਝ ਪਾਉਣ ਵਾਲਾ ਕੋਈ ਵੀ ਵਿਅਕਤੀ ਕਿਸੇ ਵੀ ਸੂਰਤ 'ਚ ਬਖਸ਼ਿਆ ਨਾ ਜਾਵੇ ਔਰ ਉਹਨਾਂ ਨੂੰ ਪੁਲਿਸ ਨੂੰ ਵੀ ਅਕਾਊਂਟੇਬਲ ਬਣਾਇਆ। SSP ਜੀ ਪੁਲਿਸ ਕਮਿਸ਼ਨਰ ਨੂੰ ਸਖਤ ਹੁਕਮ ਦਿੱਤੇ ਨੇ ਕਿ ਉਹ STF ਨਾਲ ਮਿਲ ਕੇ ਕੰਮ ਕਰਨ, ਨਸ਼ਾ ਤਸਕਰੀ 'ਚ ਵੱਡੀਆਂ ਮੱਛੀਆਂ ਨੂੰ ਫੜਨ। ਪੁਲਿਸ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕਾਰਜ ਖੇਤਰ ਅੰਦਰ ਨਸ਼ੇ ਦੀ ਲਾਹਨਤ ਨਾਲ ਨਜਿੱਠਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਮਿੱਠ ਜੇ ਹੋਈ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ, ਅਫਸਰ ਜ਼ਿੰਮੇਵਾਰ ਹੋਣਗੇ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਊਗਾ। ਸੱਤਾ ਵਿੱਚ ਆਉਣ ਤੋਂ ਬਾਅਦ ਮੌਜੂਦਾ ਸਰਕਾਰ ਨੇ OOAT ਓਟ ਸੈਂਟਰਾਂ ਦੀ ਗਿਣਤੀ 208 ਤੋਂ ਵਧਾ ਕੇ 500 ਕਰਤੀ ਹੈ। ਇਸ ਦਾ ਮੁੱਖ ਮੰਤਵ ਹੈ ਕਿ ਪਹਿਲਾਂ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਜਿਹੜੇ ਸਮੈਕ ਵਗੈਰਾ ਜਾਂ ਹੈਰੋਇਨ ਵਗੈਰਾ ਤੇ ਲੱਗੇ ਨੇ, ਪਹਿਲਾਂ ਉਹਨਾਂ ਨੂੰ ਉਸ ਨਸ਼ੇ ਤੋਂ ਉਤਾਰ ਕੇ ਬੰਦ ਕਰਕੇ ਉਹਨਾਂ ਦਾ ਨਸ਼ਾ, ਫਿਰ ਉਹਨਾਂ ਨੂੰ OOAT ਸੈਂਟਰਾਂ ਦੇ ਵਿੱਚੋਂ ਕੁਝ ਦਵਾਈ ਮਿਲੂਗੀ ਤਾਂ ਕਿ ਇਮੀਡੀਏਟਲੀ ਉਹਨਾਂ ਤੇ ਕੋਈ ਵਿਦਰੋਲ ਸਿੰਪਟਮ ਜਾਂ ਕੋਈ ਇੱਦਾਂ ਦਾ ਕੋਈ ਸਰੀਰਕ ਤੌਰ ਤੇ ਕੋਈ ਅਸਰ ਨਾ ਪਵੇ। ਉਸ ਤੋਂ ਬਾਅਦ ਫਿਰ ਜਦੋਂ ਹੌਲੀ ਹੌਲੀ ਉਹ ਘਟਾ ਦਿੱਤਾ ਜਾਊਗਾ ਦਵਾਈ, ਤੇ ਉਸ ਤੋਂ ਬਾਅਦ ਫਿਰ ਤੀਜੀ ਲੇਅਰ ਦੇ ਵਿੱਚ ਉਹਨਾਂ ਨੌਜਵਾਨ ਮੁੰਡਿਆਂ ਨੂੰ ਬੇਰੁਜ਼ਗਾਰੀ ਤੋਂ ਦੂਰ ਕਰਕੇ ਰੋਜ਼ਗਾਰ ਦੇਣਾ ਤਾਂ ਕਿ ਉਹ ਦੁਬਾਰਾ ਉਸ ਜਿਹੜੀ ਗਲਤ ਸੰਗਤ ਵੱਲ ਨਾ ਚਲੇ ਜਾਣ। ਐਜੂਕੇਸ਼ਨ ਸਰ, ਐਜੂਕੇਸ਼ਨ ਸਾਡੇ ਸਮਾਜ ਦਾ ਆਧਾਰ ਹੈ। ਸਾਡੀ ਸਰਕਾਰ ਸਿੱਖਿਆ ਦੇ ਖੇਤਰ 'ਚ ਬਹੁਪੱਖੀ ਸੁਧਾਰ ਲਿਆਉਣ ਲਈ ਵਚਨਬੱਧ ਹੈ। ਸਾਡੇ ਸਰਕਾਰੀ ਸਕੂਲ ਛੇਤੀ ਹੀ ਆਲਾ ਮਿਆਰੀ ਸਕੂਲ ਬਣਨਗੇ, ਕੁਆਲਿਟੀ ਦੇ ਸਕੂਲ ਬਣਨਗੇ, ਕੁਆਲਿਟੀ ਦੀ ਐਜੂਕੇਸ਼ਨ ਮਿਲੂਗੀ। ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਆਪਣੇ ਸਕੂਲਾਂ ਲਈ ਸੁਪਨੇ ਦੇਖੇ ਨੇ, ਹੁਣ ਇਹਨਾਂ ਨੂੰ ਹਕੀਕੀ ਰੂਪ ਦੇ ਵਿੱਚ ਤਬਦੀਲ ਕੀਤਾ ਜਾਊਗਾ। ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਾ ਸਿਰਫ ਸਰਕਾਰੀ ਸਕੂਲਾਂ ਦਾ ਕਾਇਆਕਲਪ ਕੀਤਾ ਜਾਊਗਾ, ਸਗੋਂ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਂਦੀ ਅਨਾਪ ਸ਼ਨਾਪ ਫੀਸ ਨੂੰ ਵੀ ਨਿਯਮਬੱਧ ਕੀਤਾ ਜਾਊਗਾ, ਜਿਸ ਨਾਲ ਉਹ ਚਾਲੂ ਅਕੈਡਮਿਕ ਈਅਰ ਦੇ ਵਿੱਚ ਫੀਸ ਆਪ ਹੁਦਰੇ ਢੰਗ ਨਾਲ ਨਾ ਵਧਾ ਸਕਣ। ਜਿਹੜੇ ਸਕੂਲ ਫੀਸ ਐਕਟ 2016 ਦਾ ਉਲੰਘਣ ਕਰਦੇ ਫੜੇ ਗਏ ਉਹਨਾਂ ਦੀ NOC ਰੱਦ ਕੀਤੀ ਜਾਊਗੀ ਤੇ ਨਾਲ ਉਹਨਾਂ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜਾਊਗਾ। ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਸਪੀਕਰ ਸਾਹਿਬ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਉਸ ਇਲਾਕੇ ਦੀਆਂ 5-7 ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਜਾਂ ਵਰਦੀਆਂ ਦੀਆਂ ਦੁਕਾਨਾਂ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਜਾਵੇ ਕਿ ਮਾਪੇ ਜਿਹੜੇ ਨੇ ਉਹ ਮਜਬੂਰ ਨਾ ਹੋਣ ਕਿ ਐਸੇ ਦੁਕਾਨ ਤੋਂ ਬੱਚੇ ਲਈ ਕਿਤਾਬਾਂ ਲੈਣੀਆਂ ਨੇ ਜਾਂ ਵਰਦੀਆਂ ਲੈਣੀਆਂ ਨੇ, ਉਹ ਜਿੱਥੋਂ ਮਰਜ਼ੀ ਲੈ ਸਕਣ, ਜਿੱਥੋਂ ਮਰਜ਼ੀ ਉਹਨਾਂ ਨੂੰ ਚੰਗਾ ਲੱਗਦਾ। ਸਾਨੂੰ ਸਾਰਿਆਂ ਨੂੰ ਪਤਾ ਸਰ ਕਿ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਕੇਂਦਰ ਬਿੰਦੂ ਨੇ, ਪਰ ਇਹ ਵੀ ਵੇਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅਣਗੌਲਿਆਂ ਕੀਤਾ। ਖਾਲੀ ਪੋਸਟਾਂ ਪੰਜਾਬ ਸਰਕਾਰ ਭਰੂਗੀ, ਆਮ ਆਦਮੀ ਪਾਰਟੀ ਸਰਕਾਰ। 5994 ETT ਅਧਿਆਪਕਾਂ ਦੀ ਅਤੇ 8393 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ। ਅਧਿਆਪਕਾਂ ਨੂੰ ਕੇਵਲ ਐਜੂਕੇਸ਼ਨ ਦਾ ਕੰਮ ਦਿੱਤਾ ਜਾਊਗਾ, ਬਿਨਾਂ ਐਜੂਕੇਸ਼ਨ ਤੋਂ ਕੋਈ ਹੋਰ ਕੰਮ ਅਧਿਆਪਕਾਂ ਤੋਂ ਨਹੀਂ ਲਿਆ ਜਾਊਗਾ। ਨਹੀਂ ਤਾਂ ਆਪਾਂ ਦੇਖਦੇ ਹਾਂ ਜਨਗਣਨਾ ਵੀ ਅਧਿਆਪਕ ਤੋਂ ਕਰਵਾ ਲੈਂਦੇ ਨੇ, ਕੋਈ ਚਿੱਠੀ ਪੱਤਰ ਪਹੁੰਚਾਉਣਾ ਹੋਵੇ ਉਹਦੇ ਵਿੱਚ ਵੀ ਉਹਨਾਂ ਦੀ ਡਿਊਟੀ ਲਾ ਦਿੰਦੇ ਨੇ। ਇੱਥੋਂ ਤੱਕ ਕਿ ਕਰੋਨਾ ਵੇਲੇ ਬਾਰਡਰਾਂ ਤੇ ਡਿਊਟੀਆਂ ਲਾਈਆਂ ਅਧਿਆਪਕਾਂ ਦੀਆਂ ਕਿ ਤੁਸੀਂ ਚੈੱਕ ਕਰਨਾ ਹੈ ਕਿ ਜਿਹੜੇ ਆਊਟ ਆਫ ਸਟੇਟ ਜਿਹੜੇ ਵਾਹਨ ਆ ਰਹੇ ਨੇ ਉਹਨਾਂ 'ਚ ਕੋਈ ਕਰੋਨਾ ਪੀੜਤ ਨਹੀਂ। ਜੇ ਅਧਿਆਪਕ ਦਾ ਧਿਆਨ ਸਿਰਫ ਪੜ੍ਹਾਉਣ ਤੇ ਹੋਊਗਾ ਉਹ ਤਾਂ ਪੜ੍ਹਾਊਗਾ, ਨਹੀਂ ਤਾਂ ਉਹਦਾ ਜ਼ਿਆਦਾ ਟਾਈਮ ਜਿਹੜਾ ਪੜ੍ਹਾਈ ਤੋਂ ਬਿਨਾਂ ਜਿਹੜੇ ਕੰਮ ਨੇ ਉਹਨਾਂ ਤੇ ਲੰਘ ਜਾਂਦਾ ਹੈ। ਪੰਜਾਬ ਦੀ ਸਰਕਾਰ ਇਹ ਵਚਨਬੱਧ ਹੈ
ਕਿ ਟੀਚਰਾਂ ਤੋਂ ਸਿਰਫ ਟੀਚਿੰਗ ਦੇ ਕੰਮ ਲਿਆ ਜਾਊਗਾ, ਕੋਈ ਹੋਰ ਕੰਮ ਨਹੀਂ ਲਿਆ ਜਾਊਗਾ। ਸਪੀਕਰ ਸਾਹਿਬ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਧਿਆਪਕਾਂ ਨੂੰ ਟ੍ਰੇਨਿੰਗ ਜਿਹੜੀ ਹੈ ਉਹਨੂੰ ਮੁੜ ਵਿਉਂਤਣ ਦੀ ਲੋੜ ਹੈ, ਕਿਉਂਕਿ ਦੁਨੀਆ ਪਲ ਪਲ ਤੇ ਦੁਨੀਆ ਜਿਹੜੀ ਹੈ ਅਪਗ੍ਰੇਡ ਹੋ ਰਹੀ ਹੈ, ਤਾਂ ਟੀਚਰਾਂ ਨੂੰ ਪੜ੍ਹਾਉਣ ਦੇ ਤਰੀਕੇ ਵੀ ਬਦਲ ਚੁੱਕੇ ਨੇ ਤੇ ਇਹਦੇ ਲਈ ਵਿਸ਼ਵ ਦੇ ਵਿੱਚ ਬਿਹਤਰੀਨ ਸਿੱਖਿਆ ਤਕਨੀਕਾਂ ਹਾਸਲ ਕੀਤੀਆਂ ਜਾਣਗੀਆਂ। ਨਵੀਂ ਦਿੱਲੀ ਦੇ ਵਿੱਚ US ਅੰਬੈਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਨਾਲ ਰਲ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਪਕਾਂ ਦੇ ਇੱਕ ਸਮੂਹ 50 ਦੇ ਲਗਭਗ ਨੇ, ਉਹਨਾਂ ਨੂੰ ਸਿਖਲਾਈ ਦੇਣ ਜਾ ਰਹੇ ਹਾਂ ਜੀ। ਇਹ ਗੱਲ ਹੋ ਗਈ US ਅੰਬੈਸੀ ਨਾਲ ਕਿ ਅਸੀਂ ਅਪਗ੍ਰੇਡਡ ਜਿਹੜੇ ਤਰੀਕੇ ਨੇ, ਟੈਕਨੋਲੋਜੀ ਨੇ, ਟੈਕਨੀਕਸ ਨੇ, ਉਹ ਜਿਹੜੀਆਂ ਉਹ ਆਪਣੇ ਆ ਕੇ ਕੋਲੀਗਸ ਨੂੰ ਵੀ ਦੱਸਣਗੇ, ਉਹਦੇ ਨਾਲ ਬੱਚਿਆਂ ਨੂੰ ਪੜ੍ਹਾਵਾਂਗੇ। ਆਉਣ ਵਾਲੇ ਸਮੇਂ 'ਚ ਅਧਿਆਪਕਾਂ ਨੂੰ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਬਿਹਤਰੀਨ ਸਿਖਲਾਈ ਦੀਆਂ ਟ੍ਰੇਨਿੰਗ ਲੈਣ ਵਾਸਤੇ ਭੇਜਿਆ ਜਾਊਗਾ ਜੀ। ਉਚੇਰੀ ਸਿੱਖਿਆ 'ਚ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਦੇ ਧਿਆਨ ਦਿੱਤਾ ਜਾਊਗਾ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਛੇਤੀ ਹੀ UGC ਦੇ ਪੇ ਸਕੇਲ ਦਿੱਤੇ ਜਾਣਗੇ। ਟੈਕਨੀਕਲ ਐਜੂਕੇਸ਼ਨ 'ਚ ਹੈ ਕਾਬਲ ਤੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਨੂੰ ਰੋਕਣ ਲਈ ਟੈਕਨੀਕਲ ਐਜੂਕੇਸ਼ਨ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ। ਸਪੀਕਰ ਸਾਹਿਬ, ਇਸ ਮੰਤਵ ਨਾਲ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਾਉਣ ਲਈ 19 ਸਰਕਾਰੀ ITIs ਖੋਲੀਆਂ ਜਾ ਰਹੀਆਂ ਨੇ। 19 ਕੱਲ ਸਾਡੇ ਕੁਲਵੰਤ ਬਾਜੀਗਰ ਜੀ ਉਹਨਾਂ ਨੇ ਵੀ ਸਵਾਲ ਲਾਇਆ ਸੀ। ਸੋ 19 ਦੇ ਵਿੱਚ ਇਸ ਤਰੀਕੇ ਨਾਲ ਲੋਕੇਸ਼ਨ ਹੋਊਗੀ ਕਿ 19 ਦੇ ਵਿੱਚ ਤੁਹਾਡਾ ਹਲਕਾ ਵੀ ਸਾਰਾ ਕਵਰ ਹੋ ਜੇ। ਕੋਈ ਮਤਲਬ 10-15 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੀ 19 ਜਿਹੜੀਆਂ ਕਰ ਲਾਂਗੇ। 5400 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ, ਕਿਉਂਕਿ ਸਪੀਕਰ ਸਾਹਿਬ ਬੱਚਾ ਇੱਥੋਂ ਬਾਹਰ ਕਿਉਂ ਜਾਂਦਾ ਹੈ, ਮਾਪੇ ਉਹਨੂੰ ਇੱਥੋਂ ਬਾਹਰ ਭੇਜਣ ਦੇ ਇੱਛੁਕ ਕਿਉਂ ਨੇ? ਉਹਦੇ 2-3 ਕਾਰਨ ਨੇ। ਸਭ ਤੋਂ ਵੱਡਾ ਕਾਰਨ ਹੈ ਬੇਰੁਜ਼ਗਾਰੀ। ਡਿਗਰੀਆਂ ਤਾਂ ਲੈ ਲਈਆਂ ਪਰ ਡਿਗਰੀਆਂ ਲੈ ਕੇ ਘਰੇ ਮੁੜਿਆ। ਪਿਛਲੀਆਂ ਸਰਕਾਰਾਂ ਨੇ ਡਿਗਰੀਆਂ ਲੈ ਕੇ ਨੌਕਰੀਆਂ ਮੰਗਣ ਗਿਆ ਨੂੰ ਲਾਠੀ ਚਾਰਜ ਦਿੱਤੇ, ਪਾਣੀ ਦੀਆਂ ਬਾਛੜਾਂ, ਪੱਗਾਂ ਲਈਆਂ, ਚੁੰਨੀਆਂ ਲਈਆਂ, ਤਾਂ ਫਿਰ ਮਾਪੇ ਕਹਿੰਦੇ ਪੁੱਤ ਜੇ ਤੂੰ ਇੱਥੇ ਬੇਰੁਜ਼ਗਾਰ ਰਹੇਗਾ। ਦੂਜਾ ਕਾਰਨ ਇਹ ਹੈ ਕਿ ਨਸ਼ੇ ਅਵੇਲੇਬਲ ਨੇ, ਤੂੰ ਬੇਰੁਜ਼ਗਾਰ ਰਹੇਗਾ, ਤੂੰ ਗਲਤ ਸੰਗਤ 'ਚ ਪੈ ਜਾਏਗਾ। ਪੁੱਤ ਇੱਦਾਂ ਕਰ, ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਮਾਂ ਦੀਆਂ ਬਾਲੀਆਂ ਵਿਕ ਜਾਣ, ਜ਼ਮੀਨ ਵਿਕ ਜੇ, ਤੂੰ ਜਾ ਆਈਲੈਟਸ ਕਰਕੇ ਉੱਥੇ ਜਾ ਕੇ ਵੀ ਉਹ ਕੋਈ ਜਾਣਸਾਰ ਕੰਮ ਤੇ ਨਹੀਂ ਲੱਗ ਜਾਂਦੇ। ਉੱਥੇ ਜਾ ਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਮੌਸਮ ਹੋਰ ਹੈ, ਭਾਸ਼ਾ ਹੋਰ ਹੈ, ਕਲਚਰ ਹੋਰ ਹੈ। ਜਾਣਾ ਨਹੀਂ ਚਾਹੁੰਦੇ, ਉਹ ਮਜਬੂਰੀ ਲੈ ਕੇ ਜਾ ਰਹੀ ਹੈ। ਜਿਹੜੇ ਪੜ੍ਹਨ ਜਾਂਦੇ ਵਾਕਈ ਵੀ ਅਸੀਂ ਡਿਗਰੀ ਮਾਸਟਰਸ ਕਰਨ ਜਾਂਦੇ ਹਾਂ, ਉਹਨਾਂ ਲਈ ਅਸੀਂ ਕੋਈ ਰੋਕ ਨਹੀਂ, ਪਰ ਅਸੀਂ ਚਿੰਤਤ ਇਸ ਗੱਲ ਤੋਂ ਹਾਂ ਕਿ ਜਿਹੜੇ ਆਈਲੈਟਸ ਵਗੈਰਾ ਕਰਕੇ ਦੁਬਾਰਾ ਆਉਂਦੇ ਨਹੀਂ, ਉਹ 2 ਮਹੀਨੇ ਬਾਅਦ 2 ਸਾਲਾਂ ਬਾਅਦ ਉਹਨਾਂ ਨੂੰ PR ਮਿਲ ਜਾਂਦੀ ਹੈ, ਆਪਣੇ ਮਾਪਿਆਂ ਨੂੰ ਵੀ ਬੁਲਾ ਲੈਂਦੇ ਨੇ, ਘਰ ਖਾਲੀ ਹੋ ਜਾਂਦਾ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਦੀਆਂ ਡਿਗਰੀਆਂ ਮੁਤਾਬਕ ਬਿਨਾਂ ਕਿਸੇ ਸਿਫਾਰਿਸ਼ ਤੋਂ ਰੋਜ਼ਗਾਰ ਦੇਵਾਂਗੇ। 25,000 ਅਸਾਮੀਆਂ ਤਾਂ ਕੱਢਤੀਆਂ, ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਹਜ਼ਾਰਾਂ ਰੋਜ਼ਗਾਰ ਦੇ ਮੌਕੇ ਹੋਣਗੇ। ਇਹ ਨਹੀਂ ਹੈਗਾ ਕਿ PhD ਕਰਕੇ ਤੁਸੀਂ PN ਲੱਗੋਗੇ ਜਾਂ MSc ਕਰਕੇ ਤੁਸੀਂ ਕੋਈ ਇਸ ਤਰ੍ਹਾਂ ਦੀ ਜੌਬ ਕਰੋਗੇ ਜਿਹੜੀ ਤੁਹਾਡੀ ਡਿਗਰੀ ਮੁਤਾਬਕ ਨਹੀਂ, ਤੁਸੀਂ ਮੈਂਟਲੀ ਟੌਰਚਰ ਹੁੰਦੇ ਰਹੋਗੇ। ਡਿਗਰੀਆਂ ਦੇ ਮੁਤਾਬਕ ਕੰਮ ਮਿਲੂਗਾ। ਪੰਜਾਬ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਔਰ ਯੂਨੀਵਰਸਿਟੀਆਂ ਨੂੰ ਅਪਗ੍ਰੇਡ ਕਰ ਰਹੇ ਹਾਂ, ਕਾਲਜਾਂ ਨੂੰ ਅਪਗ੍ਰੇਡ ਕਰ ਰਹੇ ਹਾਂ, ਤਾਂ ਕਿ ਬ੍ਰੇਨ ਡਰੇਨ ਜਿਹੜਾ ਹੈ, ਸਾਡੇ ਚੰਗੇ ਦਿਮਾਗ ਜਿਹੜੇ ਉੱਧਰ ਜਾ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਸਕੇ। ITIs ਦੇ ਵਿੱਚ ਇੰਡਸਟਰੀ ਵਾਲਿਆਂ ਨਾਲ ਮੀਟਿੰਗਾਂ ਹੋਈਆਂ ਸਾਡੀਆਂ। ਉਹ ITI ਦੇ ਵਿੱਚ ਆਪਣੀ ਇੰਡਸਟਰੀ ਨਾਲ ਸੰਬੰਧਿਤ 44 ਨਵੇਂ ਕੋਰਸ ਜਿਹੜੇ ਨੇ ਉਹ ਸ਼ੁਰੂ ਕਰਾਉਣ ਦੇ ਉਹਨਾਂ ਨੇ ਸੁਝਾਅ ਦਿੱਤੇ ਨੇ, ਜਿਹੜੇ ਉਹਨਾਂ ਨੂੰ ਕੰਮ ਆਉਣਗੇ। ITI ਦੇ ਵਿੱਚ ਆਹ ਪੜ੍ਹਾ ਦਿਓ ਜੀ ਸਾਨੂੰ, ਆਹ ਜਿਹੜੇ ਟੈਕਨੀਸ਼ੀਅਨਸ ਨੇ, ਇੰਜੀਨੀਅਰ ਨੇ, ਆਹ ਜਿਹੜੇ ਕੋਰਸ ਕੀਤਾ ਹੁੰਦਾ ਜਿਨ੍ਹਾਂ ਨੇ, ਉਹ ਸਾਨੂੰ ਬੈਂਗਲੌਰ ਤੋਂ ਜਾਂ ਗੁੜਗਾਉਂ ਤੋਂ ਜਾਂ ਇੱਧਰ ਉੱਧਰੋਂ ਲੈ ਕੇ ਆਉਣੇ ਪੈਂਦੇ, ਕਿਉਂ ਨਾ ਅਸੀਂ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਸਕਿਲਡ ਨੌਜਵਾਨ ਮੁੰਡੇ ਕੁੜੀਆਂ
ਹੋਣ ਕਿ ਉਹ ਇੱਥੇ ਹੀ ਕੰਮ ਕਰਨ। ਸੋ ਇੰਡਸਟਰੀ ਨਾਲ ਮਿਲ ਕੇ ITIs ਨੂੰ ਅਟੈਚ ਕਰਕੇ ਉਹਨਾਂ ਮੁਤਾਬਕ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਣਗੇ ਸਰ। ਸੂਬਾ ਸਰਕਾਰ ਪੰਜਾਬ ਦੇ 7 ਵੱਖ-ਵੱਖ ਥਾਵਾਂ ਤੇ 7 ਨਵੇਂ ਇੰਸਟੀਚਿਊਟ ਫॉर ਟ੍ਰੇਨਿੰਗ ਆਫ ਟ੍ਰੇਨਰਸ, ਇਹ ਵੀ ਅਸੀਂ ITOT ਇਹ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਸੂਬੇ 'ਚ ਬਾਇਲਰ ਟੈਂਡਰ ਕੋਰਸ ਦਾ ਅਪ੍ਰੈਂਟਿਸਸ਼ਿਪ ਵਜੋਂ ਟ੍ਰੇਡ ਵਜੋਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਅਪ੍ਰੈਂਟਿਸਸ਼ਿਪ ਅਧੀਨ 15,000 ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ। ਜਿਵੇਂ ਮੈਂ ਕੱਲ ਕਿਹਾ ਸੀ, ਅਸੀਂ ਨੌਜਵਾਨਾਂ ਨੂੰ ਜੌਬ ਸੀਕਰਸ ਨਹੀਂ, ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਹਾਂ। ਹੈਲਥ ਸਰ, ਸੂਬੇ ਦੇ ਲੋਕਾਂ ਨੂੰ ਤੰਦਰੁਸਤ ਮਨ ਤੇ ਤੰਦਰੁਸਤ ਵਿਚਾਰ ਦੀ ਲੋੜ ਹੈ। ਮਿਆਰੀ ਸਿਹਤ ਸਹੂਲਤਾਂ ਵਾਸਤੇ ਅਸੀਂ ਵਚਨਬੱਧ ਹਾਂ। ਸਾਡਾ ਜਿਹੜਾ ਮੰਤਵ ਹੈ, ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਜ਼ਮੀਨੀ ਪੱਧਰ ਤੇ ਹਰੇਕ ਘਰ ਨੂੰ 2-3 ਕਿਲੋਮੀਟਰ ਦੇ ਘੇਰੇ 'ਚ ਹੀ ਚੰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਅਸੀਂ ਸ਼ਹਿਰਾਂ 'ਚ ਮੁਹੱਲਾ ਕਲੀਨਿਕ ਤੇ ਪੇਂਡੂ ਖੇਤਰਾਂ 'ਚ ਪਿੰਡ ਕਲੀਨਿਕ ਖੋਲ੍ਹਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਜਿਹੜੀ ਮੁਹੱਈਆ ਕਰਾਈ ਜਾ ਸਕਣ। ਇਹ ਕਲੀਨਿਕ ਸੂਬੇ ਦੇ ਸਿਹਤ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਲ ਪੱਥਰ ਸਾਬਤ ਹੋਣਗੇ। ਪਹਿਲੇ ਪੜਾਅ ਦੇ ਵਿੱਚ ਸਪੀਕਰ ਸਾਹਿਬ, ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਵਰਲਡ ਕਲਾਸ ਦੇ। ਇਹ ਕਲੀਨਿਕ ਦੂਰ ਦਰਾਡੇ ਇਲਾਕਿਆਂ 'ਚ ਸਥਾਪਿਤ ਹੋਣਗੇ ਜਿਹੜੇ ਲੋਕਾਂ ਦੀ ਪਹੁੰਚ ਤੋਂ ਦੂਰ ਨਹੀਂ ਹੋਣਗੇ। ਸੋ ਉੱਥੇ ਮੁਫਤ ਦਵਾਈਆਂ ਤੇ ਮੁਫਤ ਇਲਾਜ ਹੋਇਆ ਕਰੇ। ਸਾਡੀ ਸਰਕਾਰ ਜੱਚਾ ਤੇ ਬੱਚਾ ਦੋਵਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ, ਜਿਸ ਲਈ ਅਸੀਂ 7 ਨਵੇਂ ਜੱਚਾ ਬੱਚਾ ਸਿਹਤ ਕੇਂਦਰਾਂ ਦੀ ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ, ਤਲਵੰਡੀ ਸਾਬੋ ਅਤੇ ਡੇਰਾਬੱਸੀ ਦੇ ਵਿੱਚ ਉਹ ਸਾਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ। ਮੈਂ ਇੱਕ ਵਾਰੀ ਫਿਰ ਬੋਲ ਦੇਣਾ, ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ ਸਾਹਿਬ, ਤਲਵੰਡੀ ਸਾਬੋ ਤੇ ਡੇਰਾਬੱਸੀ, ਇਹਦੇ ਵਿੱਚ ਜੱਚਾ ਬੱਚਾ ਸਿਹਤ ਕੇਂਦਰ ਜਿਹੜੇ ਨੇ ਬਿਲਕੁਲ ਲੇਟੈਸਟ ਸੁਵਿਧਾਵਾਂ ਨਾਲ ਲੈਸ ਉਹ ਖੋਲ੍ਹੇ ਜਾਣਗੇ। ਸੂਬਾ ਸਰਕਾਰ ਨੇ ਵੱਡਾ ਉਪਰਾਲਾ ਕਰਦਿਆਂ 2950 ਸਬ ਸੈਂਟਰਾਂ ਨੂੰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਜੋਂ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਹੈ। ਅਸੀਂ CHC ਅਤੇ PSC ਨੂੰ ਵੀ ਆਉਣ ਵਾਲੇ ਦਿਨਾਂ ਵਿੱਚ 5 ਸਟਾਰ ਰੇਟਿੰਗ ਤੇ ਅਪਗ੍ਰੇਡ ਕਰਾਂਗੇ ਜੀ। ਮੇਰੀ ਸਰਕਾਰ ਸੂਬੇ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਪੜਾਵਾਂ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 25,000 ਮਕਾਨ ਬਣਾਉਣ ਦੀ ਤਜਵੀਜ਼ ਹੈ ਜੀ। ਔਰ ਇਹ ਮਕਾਨ ਉਹ ਨਹੀਂ ਹੋਣਗੇ ਕਿ ਅੱਗੇ ਇੱਟਾਂ ਲੱਗੀ ਜਾਂਦੀਆਂ ਨੇ, ਪਿੱਛੇ ਢਈ ਜਾਂਦੇ ਆ। ਇੱਥੇ ਕੁਆਲਿਟੀ ਜਿਹੜੀ ਹੈ ਚੈੱਕ ਹੋਊਗੀ, ਸੀਮੈਂਟ ਦੀ, ਇੱਟ ਦੀ, ਔਰ ਜਿਹੜਾ ਪ੍ਰੋਪਰ ਨਕਸ਼ਾ ਬਣਾ ਕੇ, ਤਾਂ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਕਿ ਸਾਡਾ ਵੀ ਘਰ ਹੈ, ਸਾਡਾ ਵੀ ਘਰ ਹੈ ਤੇ ਸਾਡਾ ਘਰ ਵੀ ਵੈਲ ਪਲੈਨਡ ਹੈ। ਇਹ ਨਹੀਂ ਹੈ ਕਿ 2 ਇੱਟਾਂ ਇੱਧਰ ਲਾਤੀਆਂ 2 ਇੱਧਰ ਲਾਤੀਆਂ, ਉਹ ਨਹੀਂ। ਬਿਲਕੁਲ ਅਸੀਂ ਨਕਸ਼ੇ ਬਣਵਾ ਰਹੇ ਹਾਂ ਤੇ ਜਿਹੜਾ ਨਕਸ਼ਾ ਪਾਸ ਹੋਊਗਾ ਸਾਰੇ ਉਹੀ ਨਕਸ਼ਿਆਂ ਦੇ ਆਧਾਰ ਤੇ ਘਰ ਪਾਏ ਜਾਣਗੇ ਸਰ। ਅਣਅਧਿਕਾਰਤ ਕਲੋਨੀਆਂ, ਇਹਨਾਂ ਦੀ ਚੈਕਿੰਗ ਲਈ ਸਖਤ ਉਪਰਾਲੇ ਕੀਤੇ ਜਾ ਰਹੇ ਹਨ। ਸਾਰੀਆਂ ਸੰਬੰਧਿਤ ਅਥਾਰਟੀਆਂ ਲਈ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਸੰਬੰਧੀ ਪੋਰਟਲ ਲਾਗੂ ਕੀਤਾ ਗਿਆ ਤੇ ਜਿੱਥੇ ਆਈਆਂ ਸ਼ਿਕਾਇਤਾਂ ਦਾ ਨਿਬੇੜਾ ਆਨਲਾਈਨ ਹੀ ਹੋਊਗਾ। ਸ਼ਹਿਰੀ ਯੋਜਨਾਬੰਦੀ ਸੂਬੇ ਦੇ ਵਿਕਾਸ ਲਈ ਅਹਿਮ ਲੋੜ ਹੈ। ਪੰਜਾਬ ਦੇ ਬਾਕੀ ਰਹਿੰਦੇ ਸ਼ਹਿਰਾਂ ਲਈ ਮਾਸਟਰ ਪਲਾਨ 2 ਤੋਂ 3 ਸਾਲਾਂ ਦੇ ਵਿੱਚ ਮੁਕੰਮਲ ਕਰ ਲਿਆ ਜਾਊਗਾ ਸਰ। ਹੁਣ ਆ ਜਾਂਦੇ ਹਾਂ ਬਹੁਤ ਵੱਡਾ ਇੱਕ ਰੀੜ੍ਹ ਦੀ ਹੱਡੀ ਪੰਜਾਬ ਦੀ, ਉਹ ਹੈ ਖੇਤੀ ਅਤੇ ਸਹਾਇਕ ਧੰਦੇ। ਮੇਰੀ ਸਰਕਾਰ ਨੇ 1 ਸਾਲ ਵਿੱਚ ਤੀਜੀ ਫਸਲ ਵਜੋਂ ਮੂੰਗੀ ਨੂੰ ਉਤਸ਼ਾਹਿਤ ਕੀਤਾ, ਬੇਨਤੀ ਕੀਤੀ ਕਿ ਮੂੰਗੀ ਬੀਜੋ, ਕਿ ਅਸੀਂ ਤੁਹਾਨੂੰ 7275 ਰੁਪਏ ਪ੍ਰਤੀ ਕੁਇੰਟਲ MSP ਦੇਵਾਂਗੇ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 30,000 ਰੁਪਏ ਦੀ ਵਾਧੂ ਆਮਦਨ ਹੋਊਗੀ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਸਰ ਕਿ ਇਸ ਵੇਲੇ ਮੂੰਗੀ ਦੀ ਕਾਸ਼ਤ 54,363 ਏਕੜ ਰਕਬੇ ਤੋਂ ਵੱਧ ਕੇ 1,28,495 ਏਕੜ ਹੋ ਗਈ। ਇਸੇ ਤਰ੍ਹਾਂ ਫਸਲੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਉਣ ਵਾਲੇ ਦਿਨਾਂ 'ਚ ਦਾਲਾਂ, ਮੱਕੀ, ਨਰਮਾ, ਤੇਲ ਦੇ ਬੀਜਾਂ ਦੀ ਰਕਬੇ ਨੂੰ ਵਧਾਇਆ ਜਾਊਗਾ, ਜਿਹਦੇ ਨਾਲ ਧਰਤੀ ਹੇਠਲਾ ਪਾਣੀ ਬਚੂਗਾ, ਉਹਦੇ ਨਾਲ ਨਾਲ ਮਿੱਟੀ ਦੀ ਗੁਣਵੱਤਾ ਵੀ ਸੁਧਰੂਗੀ। ਇਸ ਸੰਦਰਭ 'ਚ ਝੋਨੇ ਦੀ ਸਿੱਧੀ ਬਿਜਾਈ ਲਈ 1,500 ਰੁਪਏ ਪਰ ਏਕੜ ਦੀ ਸਬਸਿਡੀ
ਇੱਕ ਹੋਰ ਵੱਡਾ ਇਤਿਹਾਸਕ ਕਦਮ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਲੋਕ ਮੋਢੇ ਨਾਲ ਮੋਢਾ ਜੋੜ ਕੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਹੇ ਨੇ। ਇਸ ਸਾਲ 25,985 ਕਿਸਾਨਾਂ ਨੇ ਲਗਭਗ 20 ਲੱਖ ਏਕੜ ਤੋਂ ਜ਼ਿਆਦਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਹਦੇ ਨਾਲ ਪਾਣੀ ਵੀ ਬਚੂਗਾ ਤੇ ਉਹਨਾਂ ਨੂੰ ਇੱਕ ਉਤਸ਼ਾਹਤ ਵੀ ਮਿਲਿਆ ਕਿ 1500 ਰੁਪਏ ਪਰ ਏਕੜ ਵੀ। ਬਹੁਤ ਸਾਰੇ NRIs ਨੇ ਬਈ ਇਹ ਨਾਲ ਇਹ ਸਹਾਇਤਾ ਕੀਤੀ ਹੈ। ਕਿਸੇ ਨੇ ਕਿਹਾ ਓਕੇ ਜੇ ਸਾਡੇ ਪਿੰਡ ਕੋਈ ਸਿੱਧੀ ਬਿਜਾਈ ਕਰੂਗਾ 1500 ਰੁਪਏ ਏਕੜ ਦੇ ਹਿਸਾਬ ਨਾਲ ਅਸੀਂ ਵੀ ਦੇਵਾਂਗੇ। ਕਿਸੇ ਨੇ ਠੇਕੇ 'ਚੋਂ ਘਟਾ ਲਿਆ ਕਿ ਮੈਂ ਠੇਕਾ ਘੱਟ ਕਰ ਲੂੰਗਾ ਪਰ ਸਿੱਧੀ ਬੀਜਿਓ। ਸੋ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਸਕੀਮ ਕਾਮਯਾਬ ਨਹੀਂ ਹੋਣੀ ਸੀ, ਤਾਂ ਲੋਕਾਂ ਨੇ ਸਹਿਯੋਗ ਦਿੱਤਾ ਹੈ। ਸਰ, ਪੰਜਾਬ 'ਚ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਗਿਣਤੀ 'ਚ ਆਉਣ ਵਾਲੇ ਸਮੇਂ 'ਚ ਵਧਣ ਦੀ ਉਮੀਦ ਹੈ ਸਰ, ਕਿਉਂਕਿ ਜ਼ਮੀਨਾਂ ਘਟ ਰਹੀਆਂ ਨੇ, ਜਿਸ ਕਰਕੇ ਭਵਿੱਖ 'ਚ ਕਿਸਾਨਾਂ ਲਈ ਖੇਤੀਬਾੜੀ ਲਾਹੇਵੰਦ ਧੰਦਾ ਪਹਿਲੀ ਅੱਜ ਘਾਟੇ ਦਾ ਸੌਦਾ ਹੈ, ਉਹ ਹੋਰ ਵੀ ਲਾਹੇ ਦਾ ਧੰਦਾ ਨਹੀਂ ਰਹਿਣ ਦੇ ਚਾਂਸ ਬਣਦੇ ਜਾਂਦੇ ਨੇ। ਸੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇਹੋ ਜਿਹੀ ਸਥਿਤੀ ਦੇ ਵਿੱਚ ਬਿਹਤਰ ਆਮਦਨ ਦੇ ਕੇ ਕਿਸਾਨਾਂ ਨੂੰ ਇੱਕ ਵਧੀਆ ਸਥਿਤੀ ਦੇ ਸਕਦੀ ਹੈ। ਇਹ ਪ੍ਰੋਡਿਊਸਰ ਇਕੱਠੇ ਹੋ ਕੇ ਵਧੀਆ ਮੁਨਾਫਾ ਕਮਾ ਸਕਦੇ ਨੇ। ਖੇਤੀਬਾੜੀ ਨੂੰ ਆਧੁਨਿਕ ਤੇ ਡਿਜੀਟਲਾਈਜ਼ ਬਣਾਉਣ ਦੀ ਲੋੜ ਹੈ। ਇਸ ਮੰਤਵ ਲਈ ਕਿਸਾਨਾਂ ਦੇ ਡੇਟਾਬੇਸ ਦਾ ਜ਼ਮੀਨ ਦੇ ਰਿਕਾਰਡ ਦਾ ਨਾਲ ਮਿਲਣ ਕੀਤਾ ਜਾ ਰਿਹਾ, ਤਾਂ ਜੋ ਸਬਸਿਡੀ ਤੇ ਹੋਰ ਪਾਰਦਰਸ਼ੀ ਜਿਹੜੇ ਫਾਇਦੇ ਨੇ ਉਹ ਕਿਸਾਨਾਂ ਨੂੰ ਮਿਲ ਸਕਣ, ਅਸਲੀ ਕਿਸਾਨਾਂ ਤੱਕ ਪਹੁੰਚ ਸਕਣ। ਬੀਜ, ਖਾਦ, ਕੀਟਨਾਸ਼ਕ ਦੇ ਉਤਪਾਦਨਾਂ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚ ਉੱਤੇ ਬਹੁਤ ਨਿਗਾਹ ਰੱਖੀ ਜਾ ਰਹੀ ਹੈ। ਇੱਕ ਪੋਰਟਲ ਵਿਕਸ ਕੀਤਾ ਜਾ ਰਿਹਾ ਹੈ, ਕਿਉਂਕਿ ਨਕਲੀ ਬੀਜ ਤੋਂ ਹੀ ਸ਼ੁਰੂ ਹੋ ਜਾਂਦਾ ਸਾਰਾ ਬਿਮਾਰੀ, ਫਿਰ ਉਹਨੂੰ ਨਕਲੀ ਖਾਦ ਮਿਲਦੀ ਹੈ, ਫਿਰ ਨਕਲੀ ਕੀਟਨਾਸ਼ਕ ਮਿਲਦੀ ਹੈ, ਤੇ ਫਿਰ ਉੱਥੇ ਤਾਂ ਫਿਰ ਕੀ ਉੱਗੂਗਾ ਜੀ ਜਿੱਥੇ ਸਾਰਾ ਕੁਝ ਹੀ ਨਕਲੀ ਹੈ। ਸੋ ਅਸੀਂ ਇਹ ਬਿਲਕੁਲ ਬਾਜ਼ ਆਖੇ ਦੇ 'ਤੇ ਰੱਖ ਰਹੇ ਹਾਂ ਕਿ ਕਿੱਥੋਂ ਕਿੱਥੋਂ ਬੀਜ ਜਾ ਰਹੇ ਨੇ, ਕਿੱਥੋਂ ਕਿੱਥੋਂ ਖਾਦਾਂ ਜਾ ਰਹੀਆਂ ਨੇ। ਤੁਸੀਂ ਨੋਟ ਕਰ ਲਓ ਜਾਂ ਠੀਕ ਹੈ ਅਯਾਲੀ ਸਾਹਿਬ ਜੀ, ਮਾਈਕ ਆਨ ਕਰੋ ਜੀ ਅਯਾਲੀ ਸਾਹਿਬ। ਸੀਐਮ ਸਾਹਿਬ ਆਪਣੀ ਗੱਲ ਰੱਖ ਰਹੇ ਨੇ, ਉਹਦੇ ਵਿੱਚ ਇੱਕ ਤਾਂ ਜੀ ਮੂੰਗੀ ਤੇ ਥੋੜੀ ਦਿੱਕਤ ਆ ਰਹੀ ਹੈ। ਕੱਲ ਵੀ ਤੁਸੀਂ ਹੈ ਨਹੀਂ ਸੀ, ਗੱਲ ਹੋਈ ਸੀ ਕਿ ਉਹ ਜ਼ਰੂਰ ਉਹਨੂੰ ਮੋਨੀਟਰ ਕਰੋ ਮੰਡੀਆਂ ਦੇ ਵਿੱਚ ਵੀ ਪ੍ਰੋਪਰ। ਕਾਫੀ ਕਿਸਾਨਾਂ ਨੂੰ ਪ੍ਰੋਬਲਮ ਆਈ ਹੈਗੀ ਆ, ਠੀਕ ਆ, ਤੁਸੀਂ ਉਪਰਾਲਾ ਕੀਤਾ, ਫਾਇਦਾ ਮਿਲ ਰਿਹਾ ਲੋਕਾਂ ਨੂੰ, ਲੇਕਿਨ ਹਜੇ ਦਿੱਕਤ ਹੈਗੀ ਆ। ਤੇ ਦੂਸਰੀ ਇੱਕ ਕੱਲ ਸੁਝਾਅ ਰੱਖਿਆ ਗਿਆ ਸਿੱਧੀ ਬਿਜਾਈ ਦੇ ਬਾਰੇ, ਮੈਂ ਕੱਲ ਵੀ ਗੱਲ ਕੀਤੀ, ਵਿੱਚ ਰਹਿ ਗਈ ਮੇਰੀ ਗੱਲ। ਉਹ ਮੇਰੀ ਬੇਨਤੀ ਹੈ ਇੱਕ ਕਿ ਤੁਸੀਂ ਚਲੋ ਹੁਣ ਤਾਂ ਸੀਜ਼ਨ ਲੰਘ ਗਿਆ, ਨੈਕਸਟ ਇੱਕ ਮੀਟਿੰਗ ਬੁਲਾਓ, ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ, ਜਿਹੜੇ ਕਿਸਾਨ, ਜਿਸ ਤਰ੍ਹਾਂ ਸਭ ਤੋਂ ਵੱਧ ਸਿੱਧੀ ਬਿਜਾਈ ਮੈਂ ਕੀਤੀ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ, 5 ਸਾਲਾਂ ਤੋਂ ਕਰਦਾ ਆ ਰਿਹਾ, ਬਹੁਤ ਵਧੀਆ ਵਾ। ਇਸ ਤੋਂ ਬਿਨਾਂ ਪੰਜਾਬ ਬਚਣਾ ਨਹੀਂ, ਪਾਣੀ ਬਚਣਾ ਨਹੀਂ। ਲੇਕਿਨ ਅਗਲੇ ਸਾਲ ਅਸੀਂ ਸਾਰਿਆਂ ਦੀ ਸਲਾਹ ਦੇ ਨਾਲ ਬੈਨ ਲਾਈਏ ਕੱਦੂ ਤੇ 50%। ਜੇ ਕਿਸੇ ਜ਼ਿਮੀਂਦਾਰ ਕੋਲ 10 ਏਕੜ ਆ ਤਾਂ ਉਹਨੂੰ 5 ਏਕੜ ਕੰਪਲਸਰੀ ਕਰੀਏ, ਰਹਿ ਨਾਲ, ਧੱਕੇ ਨਾਲ ਨਹੀਂ, ਸਾਰਿਆਂ ਨੂੰ ਭਰੋਸੇ 'ਚ ਲੈ ਕੇ। ਫਿਰ ਅਗਲੇ ਸਾਲ 75 ਤੇ 2-3 ਸਾਲਾਂ 'ਚ ਅਸੀਂ 100% ਇਹਨੂੰ ਬੈਨ ਕਰਾਂਗੇ, ਤਾਂ ਬਹੁਤ ਵੱਡਾ ਪੰਜਾਬ ਦਾ ਫਾਇਦਾ ਹੋ ਸਕਦਾ। ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਦਾ ਪਾਣੀ ਬਚਾਉਣਾ, ਤੇ ਤੁਸੀਂ ਐਫਰਟਸ ਕਰ ਰਹੇ ਹੋ, ਮੈਂ ਉਸ ਗੱਲ ਦੀ ਸ਼ਲਾਘਾ ਕਰਦਾ। ਤੇ ਆਉਣ ਵਾਲੇ ਸਮੇਂ 'ਚ ਤੇ ਆਪਾਂ ਹੋਰ ਕੰਮ ਕਰੀਏ ਰਲ ਕੇ। ਮੁੱਖ ਮੰਤਰੀ ਸਾਹਿਬ ਜੀ, ਤੁਹਾਡੇ ਸੁਝਾਅ ਜਿਹੜੇ ਨੇ ਨੋਟ ਕਰ ਲਏ ਗਏ ਨੇ ਸਰ, ਕਿਉਂਕਿ ਤੁਸੀਂ ਖੁਦ ਸਿੱਧੀ ਬਿਜਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਨੂੰ ਤਾਂ ਹੱਲ ਵੀ ਪਤਾ। ਸੋ ਆਉਣ ਵਾਲੇ ਸੀਜ਼ਨ ਵਾਸਤੇ ਮਿਲ ਬੈਠ ਕੇ ਆਪਾਂ ਸਾਰੇ ਸਿਰ ਜੋੜ ਕੇ, ਹਾਂ ਝਾੜ ਪੂਰਾ ਜੀ, ਇੱਕ ਅੱਧਾ ਕੁਇੰਟਲ ਵੱਧ ਹੀ ਹੈ, ਔਰ ਉਹਦਾ ਅੱਗੇ ਕਣਕ ਨੂੰ ਫਾਇਦਾ ਹੁੰਦਾ ਕਿਉਂਕਿ ਪਾਣੀ ਧਰਤੀ ਦੇ ਵਿੱਚ ਸਿਮ ਜਾਂਦਾ ਹੈ। ਹਾਂਜੀ ਹਾਂਜੀ, ਆਪਾਂ ਸਿਰ ਜੋੜ ਕੇ ਬੈਠਾਂਗੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਸਟੇਕ ਹੋਲਡਰਸ ਨੂੰ ਪੁੱਛੇ ਬਿਨਾਂ ਨਹੀਂ ਹੋਣਾ ਚਾਹੀਦਾ। ਸੋ ਆਪਾਂ ਉਹਨਾਂ ਨੂੰ ਵੀ ਬਿਠਾਵਾਂਗੇ, ਆਪਾਂ ਸਾਰੇ ਬੈਠਾਂਗੇ, ਤੁਸੀਂ ਆਪਣੇ ਤਜਰਬੇ ਉੱਤੇ ਸਾਂਝੇ ਕਰਿਓ। ਬਹੁਤ ਚੰਗਾ ਸੁਝਾਅ, ਧੰਨਵਾਦ ਜੀ। ਆਉਣ ਵਾਲੇ 2 ਸਾਲਾਂ ਸਰ 7000 ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਜਾਣਗੇ। ਡੇਅਰੀ ਸੈਕਟਰ ਨੂੰ ਦੀ ਉન્નਤੀ ਨਾਲ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਮਿਲਣਗੇ। ਸਪੀਕਰ ਸਾਹਿਬ, ਜੇ ਆਪਾਂ ਥੋੜ੍ਹੇ ਜਿਹੇ ਪਿੱਛੇ ਚਲੇ ਜਾਈਏ 30-40 ਸਾਲ, ਤਾਂ ਜੁਆਇੰਟ ਫੈਮਿਲੀ ਹੁੰਦੀ ਸੀ। ਇੱਕ ਭਰਾ ਟੀਚਰ ਲੱਗਿਆ ਹੁੰਦਾ ਸੀ ਸਰਕਾਰੀ, ਇੱਕ ਭਰਾ ਖੇਤੀ ਕਰਦਾ ਹੁੰਦਾ ਸੀ, ਇਕੱਠੇ ਰਹਿੰਦੇ ਸੀ। ਇੱਕ ਭਰਾ ਰੋਡਵੇਜ਼ 'ਚ ਡਰਾਈਵਰ ਹੁੰਦਾ ਸੀ, ਕੰਡਕਟਰ ਹੁੰਦਾ ਸੀ, ਇੱਕ ਭਰਾ ਖੇਤੀ ਕਰਦਾ ਸੀ। ਇੱਕ ਭਰਾ ਕਿਤੇ ਕਲਰਕ ਲੱਗਿਆ ਹੁੰਦਾ ਸੀ, ਦੂਜਾ ਜਿਹੜਾ ਖੇਤੀ ਕਰਦਾ ਹੁੰਦਾ ਸੀ। ਜੇ ਕਿਤੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ, ਗੜੇ ਪੈ ਗਏ, ਫਸਲ ਨੁਕਸਾਨੀ ਗਈ, ਤਾਂ ਉਹ ਜਿਹੜਾ ਨੌਕਰੀ ਕਰਦਾ ਭਰਾ ਹੈ ਉਹਦੀ ਤਨਖਾਹ ਨਾਲ
घर का गुजारा ਸਮੂਥਲੀ ਲੰਘ ਜਾਂਦਾ ਸੀ, ਕੋਈ ਖਾਸ ਫਰਕ ਨਹੀਂ ਪੈਂਦਾ ਸੀ। ਹੁਣ ਕੀ ਹੋਇਆ, ਹੁਣ ਜਦੋਂ ਹੀ ਕੋਈ ਭਰਾ ਕੋਈ ਡਿਗਰੀ ਲੈਂਦਾ ਆ, ਨੌਕਰੀ ਲੈਂਦਾ, ਸਿੱਧਾ ਉਹ ਸ਼ਹਿਰ ਨੂੰ ਜਾਂਦਾ ਬੱਚਿਆਂ ਨੂੰ ਲੈ ਕੇ ਕਿ ਬੱਚੇ ਪੜ੍ਹਾ ਲਈਏ। ਜਿਹੜਾ ਪਿੰਡ ਵਾਲਾ ਭਰਾ ਹੈ ਉਹ ਰਹਿ ਗਿਆ 100% ਖੇਤੀ ਦੇ ਆਧਾਰਿਤ। ਅੱਧੇ ਘੰਟੇ ਦੀ ਬੇਮੌਸਮੀ ਬਰਸਾਤ ਜਾਂ ਗੜੇ ਉਹਦੀ ਸਾਰੀ ਕਬੀਲਦਾਰੀ ਨੂੰ ਲੀਹ ਤੋਂ ਲਾ ਕੇ ਰੱਖ ਦਿੰਦੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਦੇ ਬੇਟੇ ਨੂੰ ਜਾਂ ਕਿਸਾਨ ਦੀ ਬੇਟੀ ਨੂੰ, ਕਿਸਾਨ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਖੇਤੀ ਤੋਂ ਬਿਨਾਂ ਵੀ ਇਨਕਮ ਆਵੇ, ਚਾਹੇ ਪਰ ਡੇ ਹੋਵੇ ਚਾਹੇ ਪਰ ਮੰਥ ਹੋਵੇ। ਕੰਮ ਕਰਨ ਨੂੰ ਉਹ ਤਿਆਰ ਨੇ, ਮਿਹਨਤੀ ਲੋਕ ਆਪਾਂ। ਸੋ ਕੁਛ ਇੱਦਾਂ ਦੇ ਕੰਮ ਜਿਹੜੇ ਜਿਹਦੇ ਨਾਲ ਉਹਨਾਂ ਨੂੰ ਕਿਸੇ ਹੋਰ ਪਾਸਿਓਂ ਖੇਤੀ ਤੋਂ ਬਿਨਾਂ ਵੀ ਇਨਕਮ ਆਵੇ, ਅਸੀਂ ਇਸ ਚੀਜ਼ ਨੂੰ बढ़ावा देवांगे सर। बाकी सहकारिता विभाग है, खेतीबाड़ी लागतां घटाउण वास्ते मुढ़लियां सहकारी सोसाइटियां दे पद्धर ते सबसिडी वाले रेटां ते वड्डी पूंजी लागत वाला जिहड़ा बुनियादी ढांचा कायम किया जाऊगा। खेतीबाड़ी दे जिहड़े संदां दी वरतों और कोऑपरेटिव मशीनरी, ट्रैक्टर एप्लीकेशन ये भी विकसित करांगे, क्योंकि हुण की है, हुण 20 किल्लियां वाले कोले भी उही ट्रैक्टर है, 5 वाले कोले भी उही ट्रैक्टर है, जबकि जे दोने क्लब कर दिए 25 कर दिए तो इक्को ट्रैक्टर। इसे करके मोगे वर्गे शहर च बहुत बड़िया बड़िया हर महीने ट्रैक्टरां दी मंडियां लगदियां ने, नवे ट्रैक्टर विकण आउंदे ने, बिल्कुल नवे। कारण ये हो गया संबंध बिगड़ गए आड़तियां नाल, धी दा विआह करना है, करजा नहीं मिल रहा कितों, तो फिर जमीन दे नंबर दे के बड़ा ट्रैक्टर नवा एक लै लो, 10 दिन बाद ਲੱਖ 2 ਲੱਖ ਦੇ ਘਾਟਾ ਪਾ ਕੇ ਉਹ ਟਰੈਕਟਰ ਵੇਚ ਦੋ, ਕੈਸ਼ ਮਨੀ ਆ ਜਾਊਗੀ, ਧੀ ਦਾ ਵਿਆਹ ਹੋ ਜਾਊਗਾ, ਦੇਖਦੇ ਰਵਾਂਗੇ, ਕਿਸ਼ਤਾਂ ਭਰਦੇ ਰਵਾਂਗੇ। ਸੋ ਇਹ ਜਿਹੜਾ ਵਰਤਾਰਾ ਹੋ ਰਿਹਾ, ਇਹ ਆਪ ਦੱਸ ਨਹੀਂ ਰਿਹਾ ਜ਼ਿਮੀਂਦਾਰ, ਪਰ ਹੋ ਰਿਹਾ ਹੈ। ਸੋ ਇਹਨੂੰ ਰੋਕਣ ਲਈ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਉਂਦੀਆਂ ਕਰਾਂਗੇ, ਟਰੈਕਟਰ ਉੱਥੋਂ ਮਿਲਣ, ਖਾਦਾਂ ਉੱਥੋਂ ਹੀ ਮਿਲਣ, ਕੀਟਨਾਸ਼ਕ ਉੱਥੋਂ ਹੀ ਮਿਲਣ, ਲਿਖ ਲਿਆ ਜਾਵੇ ਉਹਦਾ ਖਰਚਾ। ਜਦੋਂ ਮੰਡੀ 'ਚ ਉਹਦੀ ਫਸਲ ਆ ਗਈ, ਉਹ 'ਚੋਂ ਕੋਆਪਰੇਟਿਵ ਸੁਸਾਇਟੀ ਦਾ ਖਰਚਾ ਕੱਟ ਕੇ ਬਾਕੀ ਉਹਨੂੰ ਦੇ ਦਿੱਤਾ ਜਾਵੇ, ਤਾਂ ਉਹਨੂੰ ਇਹ ਲੱਗੂਗਾ, ਪਹਿਲਾਂ ਤੁਹਾਨੂੰ ਇਹ ਲੱਗੂਗਾ ਕਿ ਸ਼ਾਇਦ ਕੋਈ ਹੋਰ ਖੇਤੀ ਕਰ ਰਿਹਾ ਮੇਰੇ ਤੇ, ਪਰ ਨਹੀਂ, ਉਹਨੂੰ ਕੋਆਪਰੇਟਿਵ ਸੁਸਾਇਟੀ ਤੋਂ ਜੇ ਮਿਲ ਜੇ ਸਾਰਾ ਕੁਝ ਖੇਤੀ ਦਾ ਪ੍ਰੋਡਕਸ਼ਨ ਦਾ ਜਿਹੜਾ ਸਮਾਨ ਹੈ, ਤੇ ਜਦੋਂ ਪ੍ਰੋਡਕਸ਼ਨ ਵੀ ਵਧੀਆ ਹੋਗੀ ਤਾਂ ਉਹਦਾ ਫਿਰ ਹੌਸਲਾ ਵਧੂਗਾ ਕਿ ਹਾਂ ਪਿਛਲੀ ਵਾਰ ਮੈਂ 4 ਸਪਰੇਆਂ ਕੀਤੀਆਂ ਸੀ ਤਾਂ ਵੀ ਇੰਨੀ ਹੋਈ ਸੀ, ਇਸ ਵਾਰ 2 ਸਪਰੇਆਂ ਨਾਲ ਹੀ ਸਰ ਗਿਆ ਤਾਂ ਵੀ ਉਨੀ ਹੋਈ ਹੈ। ਸੋ ਇਸ ਤਰ੍ਹਾਂ ਦੇ ਵਿਸ਼ਵਾਸ ਜਿਹੜੇ ਨੇ ਉਹ ਕਿਸਾਨਾਂ ਦੇ ਜਿਹੜੇ ਨੇ ਉਹ ਬਣਾਉਣੇ ਪੈਣਗੇ ਜੀ। ਬਾਕੀ ਮਾਰਕਫੈਡ ਹੈ ਜੀ, ਕਣਕ ਦੀ ਪਿਸਾਈ ਤੋਂ ਲੈ ਕੇ MFSA ਅਧੀਨ PDS ਲਾਭਪਾਤਰਾਂ ਦੇ ਘਰ ਤੱਕ ਆਟੇ ਦੀ ਵੰਡ ਯਕੀਨੀ ਬਣਾਉਣ ਲਈ ਨੋਡਲ ਏਜੰਸੀ ਬਣਾਈ ਗਈ ਹੈ। ਆਉਣ ਵਾਲੇ ਵਿੱਤੀ ਸਾਲ ਦੌਰਾਨ ਗਿੱਦੜਬਾਹਾ ਵਿੱਚ 150 TPD ਦੀ ਸਮਰੱਥਾ ਵਾਲਾ ਨਵਾਂ ਕੈਟਲ ਫੀਲਡ ਪਲਾਂਟ ਜਿਹੜਾ ਬਣ ਕੇ ਤਿਆਰ ਹੋ ਜਾਊਗਾ। ਇਸ ਸੰਬੰਧੀ NDDB ਨਾਲ ਗੱਲ ਹੋ ਗਈ ਹੈ। ਤੇ ਇੱਕ ਮੈਂ ਹੋਰ ਮੇਰੇ ਸਾਥੀਆਂ ਨਾਲ ਵੀ ਸਲਾਹ ਕੀਤੀ ਸੀ, ਅਯਾਲੀ ਸਾਹਿਬ ਬੈਠੇ ਨੇ, ਉન્નਤ ਕਿਸਾਨ ਜਿਹੜੇ ਉਹਨਾਂ ਦੇ ਵਿੱਚੋਂ ਨੇ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਸਪੈਸ਼ਲ ਚੀਜ਼ਾਂ ਉਗਦੀਆਂ ਨੇ, ਜਿਵੇਂ ਪਠਾਨਕੋਟ ਤੋਂ ਜ਼ਿਆਦਾ ਮਿੱਠੀ ਲੀਚੀ ਨਹੀਂ ਹੈਗੀ ਕਿਤੇ। ਹੁਸ਼ਿਆਰਪੁਰ ਤੇ ਅਬੋਹਰ ਫਾਜ਼ਿਲਕਾ ਦਾ ਕਿੰਨੂ ਬਹੁਤ ਕਮਾਲ ਹੈ। ਮੱਕੀ ਹੁਸ਼ਿਆਰਪੁਰ ਵਾਲਾ ਪਾਸਾ ਹੈ, ਆਲੂ ਜਲੰਧਰ, ਟਮਾਟਰ ਜਲੰਧਰ ਹੈ। ਕਿਉਂ ਨਾ ਆਪਾਂ ਪ੍ਰੋਸੈਸਿੰਗ ਪਲਾਂਟ ਲਾ ਕੇ ਸਾਡੀ ਲੀਚੀ ਜਿਹੜੀ ਹੈ ਮਾਰਕਫੈਡ ਨੂੰ ਉਹਨੂੰ ਨੋਡਲ ਏਜੰਸੀ ਬਣਾ ਕੇ ਪ੍ਰੋਡਕਸ਼ਨ ਆਫ ਪੰਜਾਬ ਜਾਂ ਕੁਛ ਇੱਦਾਂ ਦਾ ਲਿਖ ਕੇ ਲੀਚੀ ਨੂੰ ਪੈਕ ਕਰਕੇ ਅਮਰੀਕਾ ਕੈਨੇਡਾ ਦੇ ਸਟੋਰਾਂ 'ਚ ਸਾਡੀ ਲੀਚੀ ਪਈ ਹੋਵੇ ਤਾਂ ਬਹੁਤ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਊਗਾ, ਸਰਕਾਰ ਨੂੰ ਵੀ ਫਾਇਦਾ ਹੋਊਗਾ, ਮਾਰਕਫੈਡ ਵੀ ਘਾਟੇ 'ਚੋਂ ਨਿਕਲ ਜੂਗੀ। ਇਸੇ ਤਰ੍ਹਾਂ ਹੀ ਕਿੰਨੂ, ਇਸ ਤਰ੍ਹਾਂ ਹੀ ਆਲੂ, ਇਸ ਤਰ੍ਹਾਂ ਹੀ ਗੰਨਾ। ਸੋ ਅਸੀਂ ਪ੍ਰੋਸੈਸਿੰਗ ਵੱਲ ਧਿਆਨ ਦੇ ਰਹੇ ਹਾਂ, ਕਿਉਂਕਿ ਅਗਰੇਰੀਅਨ ਸਟੇਟ ਹੈ। ਪ੍ਰੋਸੈਸਿੰਗ ਪਲਾਂਟ ਜੇ ਲੱਗ ਜਾਣ ਤਾਂ ਬਹੁਤ ਜ਼ਿਆਦਾ ਫਾਇਦਾ ਸਰਕਾਰ ਨੂੰ ਵੀ ਹੋਊਗਾ ਤੇ ਕਿਸਾਨਾਂ ਨੂੰ ਵੀ ਹੋਊਗਾ। ਮਿਲਕ ਫੈਡ ਹੈ ਸਰ, ਅਸੀਂ ਦੁੱਧ ਦੇ ਉਤਪਾਦਕਾਂ ਦੀ ਮਦਦ ਲਈ ਮਿਲਕ ਫੈਡ ਨੇ ਦੁੱਧ ਖਰੀਦਣ ਦਾ ਮੁੱਲ 20 ਰੁਪਏ ਪ੍ਰਤੀ ਕਿਲੋ ਮਿਲਕ ਫੈਟ ਦੇ ਹਿਸਾਬ ਨਾਲ ਵਧਾਤਾ ਜੀ। 20 ਰੁਪਏ ਪ੍ਰਤੀ ਕਿਲੋ,
ਵੇਰਕਾ ਡੇਅਰੀਆਂ ਫਿਰੋਜ਼ਪੁਰ, ਜਲੰਧਰ, ਲੁਧਿਆਣਾ ਤੇ ਲੁਧਿਆਣੇ ਤੇ ਨਵੇਂ ਦੁੱਧ ਪ੍ਰੋਸੈਸਿੰਗ ਪਲਾਂਟ ਲਾਏ ਜਾ ਰਹੇ ਨੇ। 50 MTPD ਸਮਰੱਥਾ ਵਾਲੇ ਵੇਰਕਾ ਕੈਟਲ ਫੀਲਡ ਜਿਹੜੇ ਨੇ ਉਹਨਾਂ ਦੇ ਪਲਾਂਟ ਦੀ ਉਸਾਰੀ ਘਣੀਆਂ ਕੇ ਬਾਂਗਰ ਤੇ ਗੁਰਦਾਸਪੁਰ ਵਿਖੇ ਕੀਤੀ ਜਾ ਰਹੀ ਹੈ। ਔਰ ਵੇਰਕਾ ਜਿਹੜਾ ਇੱਕ ਐਸੀ ਚੀਜ਼ ਹੈ ਜਿਹੜਾ ਕਿਸਾਨਾਂ ਨੂੰ, ਜਿਹੜੀ ਮੈਂ ਗੱਲ ਕਹਿਣਾ ਕਿ ਹਰ ਰੋਜ਼ ਦੀ ਇਨਕਮ ਦੇ ਸਕਦਾ ਹੈ ਜੇ ਵੇਰਕਾ ਨੂੰ ਆਪਾਂ ਅਪਗ੍ਰੇਡਡ ਕਰ ਦਈਏ। ਦੇਖੋ 2-3 ਕੰਪਨੀਆਂ ਹੋਰ ਨੇ ਦੇਸ਼ ਦੇ ਵਿੱਚ, ਉਹਨਾਂ ਦੀ ਐਡ ਆਉਂਦੀ ਹੈ, ਉਹ ਐਡੀ ਦੂਰੋਂ ਸਾਡੇ ਪੰਜਾਬ 'ਚ ਆ ਕੇ ਵੇਚ ਜਾਂਦੇ ਨੇ ਵੇਰਕਾ ਦੀ ਖੀਰ, ਵੇਰਕਾ ਦਾ ਦੁੱਧ, ਵੇਰਕਾ ਦਾ ਪਨੀਰ, ਵੇਰਕਾ ਦੀਆਂ ਪਿੰਨੀਆਂ। ਸੋ ਜਿਹੜਾ ਜਿਹਨੇ ਇੱਕ ਵਾਰੀ ਵੇਰਕਾ ਤੇ ਗੱਡੀ ਖੜਾ ਲਈ ਉਹ ਹਰੇਕ ਨੂੰ ਜਾ ਕੇ ਦੱਸਦਾ ਵੀ ਇਹ ਤੇ ਹਰ ਰੋਜ਼ ਆਪ ਵੀ ਰੁਕਦਾ। ਸੋ ਇਸ ਕਰਕੇ ਵੇਰਕਾ ਨੂੰ ਅਪਗ੍ਰੇਡ ਕਰਾਂਗੇ ਜੀ, ਤਾਂ ਕਿ ਕਿਸਾਨਾਂ ਨੂੰ ਫਾਇਦਾ ਹੋਵੇ, ਪਸ਼ੂ ਪਾਲਣ ਵਿਭਾਗ ਨੂੰ ਫਾਇਦਾ ਹੋਵੇ ਕਿ ਕੁਆਲਿਟੀ ਦਾ ਦੁੱਧ ਤੇ ਕੁਆਲਿਟੀ ਦੇ ਪ੍ਰੋਡਕਟ ਜਿਹੜੇ ਵੇਰਕਾ ਚੋਂ ਨਿਕਲਣ ਜੀ। ਅਯਾਲੀ ਸਾਹਿਬ, ਜਿਹੜੀ ਡੈਰੀ ਜਿਹੜਾ ਹੈਗੀ ਕੋਆਪਰੇਟਿਵ, ਚਾਹੇ ਵੇਰਕਾ ਨਾਲ ਜੁੜੀਆਂ ਹੋਈਆਂ ਡੈਰੀਆਂ ਨੇ ਤੇ ਇੱਕ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਐਗਰੀਕਲਚਰ, ਪਿਛਲੇ ਸਮੇਂ 'ਚ ਕੀ ਹੋਇਆ ਜੀ, ਰਾਜਨੀਤੀ ਵੜ ਗਈ ਆ ਕੇ। ਉਸ ਰਾਜਨੀਤੀ ਨੇ ਤਾਂ ਬੇੜਾਗਰ ਕਰ ਦਿੱਤਾ। ਜਿਹੜੇ ਮੈਂਬਰ ਡੈਰੀ ਨਾਲ ਜੁੜੇ ਹੋਏ ਨੇ ਉੱਥੇ ਦੁੱਧ ਪਾਉਂਦੇ ਨੇ, ਜਾਂ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਉਹ ਐਗਰੀਕਲਚਰ ਸੁਸਾਇਟੀ ਨਾਲ ਦੇਣ ਲੈਣ ਕਰਦੇ ਨੇ, ਉਹਨਾਂ ਲੋਕਾਂ ਨੂੰ ਬਾਹਰ ਕੱਢ ਕੇ ਘੜਮ ਚੌਧਰੀ ਜਿਹੜੇ ਪਾਰਟੀਆਂ ਦੇ ਸੀਗੇ ਧੱਕੇ ਨਾਲ ਕਾਗਜ਼ ਰੱਦ ਕਰਕੇ ਮੈਂਬਰ ਬਣਾਤੇ। ਚਾਹੇ ਕਿਸੇ ਸਾਡੇ ਟਾਈਮ ਵੀ ਹੋਏ ਹੋਣਗੇ, ਵਿੱਚ ਕਾਂਗਰਸ ਵੇਲੇ ਵੀ ਹੋਇਆ। ਨਰੋਲ ਉਹਨੂੰ ਅਸੀਂ ਰਾਜਨੀਤੀ ਤੋਂ ਪਾਸੇ ਕਰਕੇ ਜਿਹੜੇ ਬੰਦੇ ਉਸ ਕਿੱਤੇ ਨਾਲ ਜੁੜੇ ਹੋਏ ਨੇ ਬਿਲਕੁਲ ਫੇਅਰ ਡਾਇਰੈਕਸ਼ਨ ਦੇ ਦਿਓ ਜੀ। ਕੋਈ ਕਿਸੇ ਪਾਰਟੀ ਨਾਲ ਆ ਚਾਹੇ, ਵੀ ਇੱਥੇ ਫੇਅਰ ਚੋਣ ਹੋਵੇ, ਉਸ ਧੰਦੇ ਨਾਲ ਜੁੜੇ ਹੋਏ ਲੋਕ ਅਸੀਂ ਬੇੜਾ ਗਰਕ ਕਰ ਦਿੱਤਾ। ਦੇਖੋ ਪੰਜਾਬ ਦੇ ਵਿੱਚ ਜੇ ਹਰੀ ਕ੍ਰਾਂਤੀ ਆਈ ਆ ਉਹ 'ਚ ਸਹਿਕਾਰਤਾ ਦਾ ਬਹੁਤ ਵੱਡਾ ਯੋਗਦਾਨ ਆ, ਜੇ ਚਿੱਟੀ ਕ੍ਰਾਂਤੀ ਆਈ ਆ ਉਹਦੇ ਵਿੱਚ ਸਹਿਕਾਰਤਾ ਦਾ ਬਹੁਤ ਵੱਡਾ ਯੋਗਦਾਨ ਆ। ਲੇਕਿਨ ਰਾਜਨੀਤੀ ਨੇ ਇਸ ਚੀਜ਼ ਦਾ, ਦੇਖੋ ਤੁਸੀਂ ਬਦਲਾਅ ਦੀ ਗੱਲ ਕਰਕੇ ਸਰਕਾਰ ਲੈ ਕੇ ਆਂਦੀ ਆ, ਉਹਦੇ 'ਚ ਜੇ ਆਪਾਂ ਉਹੀ ਰਵਾਇਤੀ ਕੰਮ ਹੀ ਚੱਲੀ ਗਏ ਤਾਂ ਫਿਰ ਉਹ ਬਦਲਾਅ ਆਉਣਾ ਨਹੀਂ। ਜੇ ਪੰਜਾਬ ਦੇ ਭਲੇ ਲਈ ਕੋਈ ਐਫਰਟ ਸਰਕਾਰ ਇਹੋ ਜਿਹੇ ਯਤਨ ਕਰਦੀ ਆ, ਅਸੀਂ ਉੱਥੇ ਸਹਿਯੋਗ ਦੇਣ ਲਈ ਤਿਆਰ ਹਾਂ। ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਸੋ ਇੱਥੇ ਜ਼ਰੂਰ ਇਸ ਗੱਲ ਤੇ ਗੌਰ ਕਰਿਓ ਕਿ ਇਹ ਮਹਿਕਮੇ ਜਿਹੜੇ ਸਹਿਕਾਰਤਾ ਹੈਗਾ ਇਹ ਰਾਜਨੀਤੀ ਤੋਂ ਇਹਨੂੰ। ਮੁੱਖ ਮੰਤਰੀ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਸੀਐਮ ਸਾਹਿਬ, ਹਯਾਲੀ ਸਾਹਿਬ, ਸੀਐਮ ਸਾਹਿਬ ਬੋਲ ਰਹੇ ਯਾਰ, ਬਹਿ ਜਾਓ ਤੁਸੀਂ। ਬੋਲਣਾ ਚਾਹੁੰਦਾ ਸੁਖਾਨੰਦ ਜੀ, ਤੁਹਾਡੀ ਇਜਾਜ਼ਤ ਹੋਵੇ। ਸੁਖਾਨੰਦ ਜੀ। ਸਰ, ਮੈਂ ਸੀਐਮ ਸਾਹਿਬ ਬੜੇ ਸਤਿਕਾਰਯੋਗ ਨੇ, ਮੈਂ ਤਾਂ ਹੀ ਪਰਮਿਸ਼ਨ ਲੈ ਲਈ ਆ। 2 ਮੁੱਦਿਆਂ ਤੇ ਗੱਲ ਹੋਈ ਜੀ, ਇੱਕ ਕੋਆਪਰੇਟਿਵ ਸੁਸਾਇਟੀ ਤੇ ਇੱਕ ਜਿਹੜੀਆਂ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਸੀ ਉਹਨਾਂ ਦੇ ਇਲੈਕਸ਼ਨ ਤੇ ਬਦਲਾਅ ਦੀ ਗੱਲ ਹੋਈ ਆ। ਬਹੁਤ ਵਧੀਆ ਗੱਲ ਹੋਈ ਆ। ਪਿਛਲੇ ਦਿਨੀ ਮੇਰੇ ਹਲਕੇ ਬਾਘੇ ਪੁਰਾਣੇ ਦੇ ਵਿੱਚ ਤਕਰੀਬਨ 8 ਇਲੈਕਸ਼ਨ ਸੀਗੇ ਤੇ ਮੈਂ ਪਿੰਡੋਂ ਪਿੰਡ ਗਿਆ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਰਿਕੁਐਸਟ ਕੀਤੀ ਲੋਕਾਂ ਨੂੰ, ਮੈਂ ਕਿਹਾ ਆਪਾਂ ਇਹ ਕੰਮ ਨਹੀਂ ਕਰਨਾ ਕਾਗਜ਼ ਰੱਦ ਕਰਨ ਵਾਲਾ, ਕਿਉਂ ਨਾ ਆਪਾਂ ਤੁਸੀਂ ਸਾਰੇ ਇਕੱਠੇ ਹੋ ਕੇ ਇਲੈਕਸ਼ਨ ਲੜੋ, ਇਲੈਕਸ਼ਨ ਨਾ ਲੜੋ, ਸਰਬਸੰਮਤੀ ਕਰੋ। ਤੇ ਮੈਂ ਮਾਣ ਨਾਲ ਕਹਿੰਦਾ ਮੇਰੇ ਹਲਕੇ ਦੀਆਂ 8 ਦੇ ਵਿੱਚੋਂ 7 ਜਿਹੜੇ ਇਲੈਕਸ਼ਨ ਨੇ ਉਹ ਸਰਬਸੰਮਤੀ ਨਾਲ ਹੋਏ ਤੇ ਲੋਕਾਂ ਨੇ ਸਾਰੀਆਂ ਪਾਰਟੀਆਂ ਦੇ ਬਰਾਬਰ ਨੁਮਾਇੰਦੇ ਹੋਏ। ਉਦੋਂ ਪਹਿਲਾਂ ਕੋਆਪਰੇਟਿਵ ਸੁਸਾਇਟੀਆਂ ਦੀ ਗੱਲ ਕਰਦੇ ਆ ਸਰ, ਜਿਹੜਾ ਸਾਡਾ ਮੋਗਾ ਜ਼ਿਲ੍ਹਾ ਏ ਉਹਦੀਆਂ ਜੇ ਤੁਸੀਂ ਕੋਆਪਰੇਟਿਵ ਸੁਸਾਇਟੀਆਂ ਦੇਖੋਗੇ ਸਾਰੇ ਪੰਜਾਬ 'ਚੋਂ ਸਭ ਤੋਂ ਬੈਸਟ ਨੇ। ਉਹਦੇ ਵਿੱਚੋਂ ਮੇਰਾ ਆਪਣਾ ਪਿੰਡ ਸੁਖਾਨੰਦ, ਸਾਡੀ ਕੋਆਪਰੇਟਿਵ ਸੁਸਾਇਟੀ ਆ 2007 ਦੇ ਵਿੱਚੋਂ ਇੰਡੀਆ ਦੇ ਵਿੱਚੋਂ ਪਹਿਲੇ ਨੰਬਰਾਂ ਤੇ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੀ ਪਹਿਲੇ ਨੰਬਰਾਂ ਤੇ ਰਹੀ ਆ। ਮੈਂ ਤੁਹਾਨੂੰ ਸਪੀਕਰ ਸਾਹਿਬ ਦੇ ਥਰੂ ਇੱਕ ਬੇਨਤੀ ਕਰਦਾ, ਇੱਕ ਵਾਰ ਤੁਸੀਂ ਮੇਰੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿਜ਼ਿਟ ਜ਼ਰੂਰ ਕਰੋ। ਸਾਡੇ ਆੜਤ ਆ, ਉਹਨਾਂ ਦਾ ਆਪਣਾ ਸ਼ੈਲਰ ਲੱਗਿਆ ਹੋਇਆ, ਆਪਣਾ ਕਰਿਆਨਾ ਸਟੋਰ ਆ, ਉਹਨਾਂ ਦੇ ਆਪਣੇ ਕੰਪਿਊਟਰ ਨੇ, ਜਿੰਨੇ ਵੀ ਸੰਦ ਨੇ ਸਾਰੇ 50-50 ਜੋੜੇ ਹਲਾਂ ਦੇ ਨੇ, ਬਹੁਤ ਕੁਝ ਆ। ਤੇ ਸਰ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ, ਮੇਰੇ ਪਿੰਡ ਨੇ ਟਰੈਕਟਰ ਵੇਚਦੇ ਸੀ ਕਿਉਂਕਿ ਸਾਨੂੰ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚੋਂ 5 ਟਰੈਕਟਰ ਮਿਲਦੇ ਸੀਗੇ। ਤੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਇੱਕ ਵਾਰ ਮੇਰਾ ਪਿੰਡ ਵਿਜ਼ਿਟ ਜ਼ਰੂਰ ਕਰਿਓ। ਪਰ ਹੁਣ ਉੱਥੇ ਥੋੜੀ ਜਿਹੀ ਪ੍ਰੋਬਲਮ ਆ ਗਈ ਰਾਜਨੀਤੀ ਕਰਕੇ, ਉਹਨੂੰ ਜੇ ਆਪਾਂ ਸੁਧਾਰ ਲਈਏ ਤਾਂ ਇੱਕ ਮਾਡਲ ਬਣ ਜਾਊਗਾ। ਇਹੀ ਮੇਰੀਆਂ ਬੇਨਤੀਆਂ ਸੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸੀਐਮ ਸਾਹਿਬ, ਮੈਂ ਵੀ ਬੇਨਤੀ ਕਰਦਾ ਵੀ ਇਹਨਾਂ ਦੀ ਸੁਸਾਇਟੀ ਜ਼ਰੂਰ ਵਿਜ਼ਿਟ ਕਰਿਆ ਜੀ। ਸੀਐਮ ਸਾਹਿਬ, ਇੱਕ ਹੋਰ ਵੀ ਸੁਸਾਇਟੀ ਹੈ ਸਰ ਜਿਹਦਾ ਬੜਾ ਵੱਡਾ ਨਾਮ ਹੈ ਜੀ, ਪੂਰੇ ਦੇਸ਼ ਦੇ ਵਿੱਚੋਂ ਲੋਕ ਉਹਨੂੰ ਦੇਖਣ ਆਉਂਦੇ ਨੇ। ਹੁਸ਼ਿਆਰਪੁਰ ਜ਼ਿਲ੍ਹੇ 'ਚ ਲਿੱਦੜਾ ਪਿੰਡ ਹੈ, ਉਹਨਾਂ ਕੋਲ ਵੀ ਆਪਣਾ ਪੈਟਰੋਲ ਪੰਪ ਹੈ, ਆਪਣਾ ਜਨਰਲ ਸਟੋਰ ਹੈ, ਆਪਣੇ ਟਰੈਕਟਰ ਨੇ, ਆਪਣੇ ਕਾਰਾਂ ਨੇ, ਟਰੱਕ ਨੇ, ਤੇ 10 ਤੋਂ 12 ਕਰੋੜ ਦੇ ਫਾਇਦੇ 'ਚ ਵੀ ਹੈ। ਤੇ ਬਹੁਤ ਅੱਛਾ। ਉਹਨਾਂ ਨੇ ਇਹੀ ਕਿਹਾ
ਕਿ ਇੱਕੋ ਹੀ ਚੀਜ਼ ਹੈ ਜਿਹੜੀ ਵਾਸਤੇ ਸਾਨੂੰ ਸ਼ਹਿਰ ਜਾਣਾ ਪੈਂਦਾ, ਨਹੀਂ ਪਿੰਡ ਅਸੀਂ ਆਪਣਾ ਉਹ ਸੈਲਫ ਡਿਪੈਂਡੈਂਟ ਕਰ ਲਿਆ। ਉਹ ਹੈਗੀ ਹੈ, ਉਹਦੇ ਵਾਸਤੇ ਅਪਲਾਈ ਕੀਤਾ ਹੋਇਆ ਉਹਨਾਂ ਨੇ LPG ਗੈਸ ਦਾ ਜਿਹੜਾ ਏਜੰਸੀ। ਸੋ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਜਿਹੜੀਆਂ ਆਪਾਂ ਨੂੰ ਅੱਗੇ ਦੇਣੀਆਂ ਚਾਹੀਦੀਆਂ। ਚੱਕਰ ਪਿੰਡ ਦੇ ਵਿੱਚ ਬਹੁਤ